ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਆਦਿ ਸਚ ਜੁਗਾਦ ਸਚ ਹੈ ਵੀ ਸਚ। ਨਾਨਕ ਹੋਸੀ ਵੀ ਸਚ। ਰੂਪ ਨ ਰੇਖ ਨ ਰੰਗ ਕਿਛੁ ਰੂਪ ਨ ਰੇਖ ਨ ਰੰਗ ਕਿਛੁ। ਤ੍ਰੈ ਗੁਣ ਤੇ ਪ੍ਰਭ ਭਿੰਨ ਤਿਸ ਹੈ ਬੁਝਾਏ ਨਾਨਕ ਜਿਸ ਹੋਵੇ। ਧਨ ਜੋਬਨ ਅਰ ਫੁੱਲੜਾ ਨਾਠੀਅੜੇ ਦਿਨ ਚਾਰ। ਪਪਣ ਕੇਰੇ ਪਤ ਜਿਉ ਪਬਣ ਕੇਰੇ ਪਤ ਜਿਉ ਢਲ ਢੁਲ ਝੁੰਮਣ ਹਾਰ। ਰੰਗ ਮਾਣ ਲੈ ਪਿਆਰਿਆ ਰੰਗ ਮਾਣ ਲੈ। ਜਾ ਜੋ ਬਣ ਨੋ ਦਿਨ ਥੋੜੜੇ ਥਕੇ ਪਿਆ ਪਰਾਣਾ। ਸਜਣ ਮੇਰੇ ਰੰਗਲੇ ਜਾਏ ਸੁਤੇ ਜੀ ਰਾਣ। ਹੰਪੀ ਵੰਜਾ ਡੂੰਗਣੀ ਰੋਵਾ ਚੀਣੀ। ਕਿ ਨਾ ਸੁਣੇਹੀ ਗੋਰੀਏ ਆਪਣ ਕੰਨੀ ਸੋਏ। ਲੱਗੀ ਆਵੇ ਸਹੁਰ ਨਿਤ ਨਾ ਪਈਐ। ਜਬ ਲਗ ਤੇਲ ਦਿਵੈ ਮੁਖ ਬਾਤੀ। ਤਬ ਸੂਝੈ ਸਭ ਕੋਈ ਤੇਲ ਜਲੇ ਬਾਤੀ। ਠਹਿਰਾਨੀ ਸੋਨਾ ਰੇ ਬੌਰੇ ਤੁਹੇ ਘਰੀ ਨ ਰਾਖੈ। ਤੂੰ ਰਾਮ ਨਾਮ ਜਪ ਕਾਗੀ ਮਾਤ ਪਿਤਾ ਕੋ ਕਾਕੋ ਕਵਣ ਪੁਰਖ ਕੀ। ਕਨ ਬੂਟੇ ਕੋ ਬਾਤ ਨਾ ਪੁੱਛੈ। ਕਾਡੋ ਕਾਡੋ ਹੋਈ ਦੇਹਰੀ ਬੈਠੀ ਮਾਤਾ ਰੋਵੈ। ਖਟੀਆਂ ਲੈ ਗਏ ਲਾਟ ਛਟਕਾਏ ਤ੍ਰਿਆ ਰੋਵੈ। ਹੰਸ ਅਕੇਲਾ ਜਾਈ ਜਗ ਤੁਰਿਆ ਜਾਂਦਾ ਹੈ ਨੈਣੀ ਵੇਖਦਿਆਂ। ਤੁਰਿਆ ਜਾਂਦਾ ਹੈ ਨੈਣੀ ਵੇਖਦਿਆਂ। ਜਗ ਤੁਰਿਆ ਜਾਂਦਾ ਹੈ। ਜਗ ਤੁਰਿਆ ਜਾਂਦਾ ਹੈ ਨੈਣੀ ਵੇਖਦਿਆਂ।
ਜਗ ਦੁਨੀਆ ਜੰਪਾਰੈ ਬੈਠਨੀਕ ਸੇ ਰਹਿਣਾ ਬੈਠਨੀਕ ਸੇ ਰਹਿਣਾ ਵਾਰੀ ਆਈ ਤੁਰੋ ਜਾਣਾ ਬੈਠਨੀਕ ਸੇ ਵਾਰੀ ਆਈ ਤੁਰੋ ਜਾਣਾ ਇੱਥੇ ਬੈਠ ਵਾਰੀ ਆਈ ਤੁਰੋ ਜਾਣਾ ਬੈਠਨੀਕ ਸੇ ਰਹਿਣਾ ਵਾਰੀ ਆਈ ਵਾਰੀ ਆਈ ਜੀ ਤੁਰ ਜਾਵਣਾ ਵਾਰੀ ਆਈ ਜੀ ਤੁਰ ਜਾਵਣਾ ਵਾਰੀ ਆਈ ਬੈਠਨੀਕ ਸੇ ਰਹਿਣਾ ਵਾਰੀ ਆਈ ਤੁਰ ਜਾਵਣਾ ਇੱਥੇ ਬੈਠਨੀਕ ਸੇ ਰਹਿਣਾ ਵਾਰੀ ਆਈ ਤੁਰ ਜਾਵਣਾ ਇੱਥੇ ਬੈਠਨੀਕ ਵਾਰੀ ਆਈ ਪਤਿਤ ਪਾਵਨ ਭਗਤ ਵਤਸਲੋ ਕਿਰਪਾ ਦੇ ਖਜ਼ਾਨੇ ਚਵਰ ਛਤਰੋ ਤਖਤ ਦੇ ਮਾਲਕੋ ਹਾਜ਼ਰਾ ਹਜੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਚਵਰ ਛਤਰੋ ਤਖਤ ਦੇ ਮਾਲਕੋ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਸੰਗਤ ਜੀਓ ਜਵਾਬ ਜੀ ਬੈਰਾਗਮਈ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸੋ ਆਓ
ਕੁਝ ਕੁ ਸਮਾਂ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਕੇ ਬੈਠੀਏ। ਗੁਰਬਾਣੀ ਦੀ ਕਥਾ ਵਿਚਾਰ ਗੁਰ ਇਤਿਹਾਸ ਨਾਲ ਜੁੜਾਂਗੇ ਤਾਂ ਕਿ ਸਾਨੂੰ ਆਪਣੇ ਜੀਵਨ ਦੀ ਸੋਝੀ ਆ ਜੇ। ਦੁਨੀਆ ਤੇ ਅਸੀਂ ਕਰਨ ਕੀ ਆਏ ਆ। ਸਭ ਤੋਂ ਪਹਿਲਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਉਹਨਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕੋ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਕਹਿੰਦੇ ਸੂਰਤ ਦੇਖ ਨਾ ਭੁੱਲ ਗਵਾਰਾ, ਮਿਥਨ ਮੁਹਾਰਾ ਝੂਠ ਪਸਾਰਾ, ਇਸ ਜਗ ਮੈਂ ਕੋਈ ਰਹਿਣ ਨਾ ਪਾਏ, ਨਿਹਚਲ ਏਕ ਨਾਰਾਇਣ। ਸ਼ਹੀਦਾਂ ਦੇ ਸਰਤਾਜ, ਨਾਮ ਬਾਣੀ ਦੇ ਬੋਹਥੇ, ਕਲਯੁਗ ਦੇ ਅਵਤਾਰ ਗੁਰੂ ਪੰਚਮ ਪਾਤਸ਼ਾਹ। ਪੰਜਵੇਂ ਗੁਰੂਦੇਵ ਕਹਿੰਦੇ ਨੇ, ਸੂਰਤ ਦੇਖ ਨਾ ਭੁੱਲ ਗਵਾਰਾ, ਮਿਥਨ ਮੁਹਾਰਾ ਝੂਠ ਪਸਾਰਾ। ਇਹ ਜੋ ਦੁਨੀਆ ਤੇ ਸਤਿਗੁਰੂ ਨੇ ਰਚਨਾ ਕੀਤੀ ਹੈ ਸੰਸਾਰ ਦੀ, ਇਹ ਫਨਾ ਹੋਣ ਵਾਲੀ ਦੁਨੀਆ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲਦਾਨੀ। ਦੁਨੀਆ ਨਾ ਜਿਹੜੀ ਏ ਫਨਾ ਹੋਣ ਵਾਲੀ ਹੈ, ਫਨਾ ਹੋਣ ਵਾਲੀ ਦੁਨੀਆ। ਆਖਣ ਲੱਗੇ ਨੇ, ਮਮ ਸਰ ਮੋਏ ਅਜ਼ਰਾਈਲ, ਗਰਫਤ ਹੈ ਦਿਲ ਹੇਚ ਨਾ ਦਾਨੀ। ਗੁਰੂ ਅਰਜਨ ਸਾਹਿਬ ਕਹਿੰਦੇ, ਇਸ ਜਗ ਮੈਂ ਕੋਈ ਰਹਿਣ ਨਾ ਪਾਏ। ਇਹ ਸੰਸਾਰ ਤੇ ਕੋਈ ਸਦਾ ਵਾਸਤੇ ਰਹਿ ਨਹੀਂ ਜੇ ਸਕਦਾ। ਬਾਣੀ ਕਹਿੰਦੀ, ਜੈਸੇ ਰਹਿਣ ਪਰਹੁਣੇ ਉੱਠ ਜਲਸੇ ਪ੍ਰਭਾਤ। ਸੰਸਾਰ ਇੱਕ ਮੁਸਾਫਰ ਖਾਨਾ ਹੈ। ਇਹ ਦੁਨੀਆ ਇੱਕ ਸਰਾਂ ਦੀ ਤਰ੍ਹਾਂ ਹੈ। ਰਾਤ ਦੇ ਸਮੇਂ ਕੋਈ ਮੁਸਾਫਰ ਆਇਆ, ਰਾਤ ਕੱਟ ਕੇ ਤੜਕੇ ਨੂੰ ਚਲਿਆ ਗਿਆ। ਗੁਰੂ ਸਾਹਿਬ ਕਹਿੰਦੇ, ਸੰਸਾਰ ਹੈ ਜਿਹੜਾ ਇਹ ਇੱਕ ਮੁਸਾਫਰ ਖਾਨਾ ਹੈ। ਇਸ ਜਗ ਮੈਂ ਕੋਈ ਰਹਿਣ ਨਾ ਪਾਏ। ਪੰਜਵੇਂ ਗੁਰੂਦੇਵ ਕਹਿੰਦੇ ਨੇ, ਸੰਸਾਰ ਤੇ ਕੋਈ ਸਦਾ ਵਾਸਤੇ ਨਹੀਂ ਜੇ ਰਹਿੰਦਾ। ਨਿਹਚਲ ਏਕ ਨਾਰਾਇਣ, ਇੱਕ ਨਿਰੰਕਾਰ ਤੋਂ ਬਿਨਾਂ। ਉਹ ਜਿਹੜਾ ਭਗਵਾਨ ਹੈ, ਪਰਮਾਤਮਾ ਹੈ, ਨਿਹਚਲ, ਚੱਲਣ ਤੋਂ ਰਹਿਤ ਹੈ, ਸਦਾ ਰਹਿਣ ਵਾਲਾ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ, ਹੱਕਾ ਕਬੀਰ ਕਰੀਮ ਤੂੰ। ਹੱਕਾ ਦਾ ਭਾਵ ਸੱਚਾ ਵੀ ਹੈ। ਹੇ ਅਕਾਲ ਪੁਰਖ, ਤੂੰ ਤਿੰਨਾਂ ਕਾਲਾਂ ਦੇ ਵਿੱਚ ਸੱਚਾ ਹੈ, ਸਦਾ ਰਹਿਣ ਵਾਲਾ ਹੈ। ਦੁਨੀਆ ਤੇ ਕੋਈ ਜਿਹੜਾ ਵੀ ਜੀਵ ਆਇਆ ਹੈ, ਤੁਰ ਜਾਵੇਗਾ। ਬੜੇ ਬੜੇ ਦੇਵਤੇ, ਰਿਸ਼ੀ ਮੁਨੀ ਸੰਸਾਰ ਤੇ ਅਕਾਲ ਪੁਰਖ ਨੇ ਭੇਜੇ, ਆਪਣੀ ਉਮਰਾਂ ਬਤੀਤ ਕਰਕੇ ਚਲੇ ਗਏ। ਜਾਣ ਜਾਣ 'ਚ ਫਰਕ ਹੈ ਭਾਈ। ਕੋਈ ਮਨੁੱਖਾ ਜਨਮ ਨੂੰ ਜਿੱਤ ਕੇ ਜਾਂਦਾ, ਕੋਈ ਮਨੁੱਖਾ ਜਨਮ ਨੂੰ ਹਾਰ ਕੇ ਚਲਿਆ ਗਿਆ। ਕੋਈ ਮਨੁੱਖਾ ਜਨਮ ਦੇ ਵਿੱਚ ਆ ਕੇ ਅੰਮ੍ਰਿਤ ਨੂੰ ਛਕਦਾ, ਭਾਵ ਕੇ ਨਾਮ ਰੂਪੀ ਅੰਮ੍ਰਿਤ ਨੂੰ, ਸਤਿਗੁਰੂ ਦੀ ਬਾਣੀ ਨੂੰ ਪੜ੍ਹਦਾ। ਇੱਕ ਉਹ ਹੈ, ਮਹਾਰਾਜ ਕਹਿੰਦੇ ਵੀ ਵਿਕਾਰਾਂ ਦੇ ਵਿੱਚ ਲੱਗ ਕੇ, ਝੂਠੇ ਲਾਲਚਾਂ 'ਚ ਲੱਗ ਕੇ ਇਹ ਜਨਮ ਨੂੰ ਅਜਾਈਂ ਗਵਾ ਰਿਹਾ। ਜਿਵੇਂ ਮਹਾਰਾਜ ਕਹਿੰਦੇ ਨਾ, ਕੌਡੀ ਬਦਲੇ ਤਿਆਗੈ ਰਤਨ,
ਕੌਡੀਆਂ ਦੇ ਭਾ ਜਿਹੜਾ ਇਹ ਜਨਮ ਹੈ, ਰਤਨਾ ਰੂਪੀ ਜਨਮ ਹੈ ਜਿਹੜਾ ਕੌਡੀਆਂ ਦੇ ਭਾ ਗਵਾ ਰਿਹਾ। ਬਣ ਜਨ ਹਾਰੇ ਬਾਹਰਾ ਕੌਡੀ ਬਦਲੇ ਜਾਏ। ਪੰਗਤੀ ਪੜ੍ਹਦੇ ਕਰਨਾ। ਬਣ ਜਨ ਹਾਰੇ ਬਾਹਰਾ ਕੌਡੀ ਬਦਲੇ ਜਾਏ। ਹੁਣ ਕਬੀਰ ਜੀ ਇੱਕ ਬਚਨ ਕਹਿੰਦੇ ਐ, ਸੰਤੋ ਮਾਖਣ ਖਾਇਆ ਛਾਛ ਪੀਏ ਸੰਸਾਰ। ਦੁਨੀਆ ਤੇ ਆ ਕੇ ਇੱਕ ਤੇ ਸੰਤ ਮਹਾਤਮਾ ਬੰਦਗੀ ਕਰਨ ਵਾਲੇ ਜਗਿਆਸੂ, ਉਹਨਾਂ ਨੇ ਨਾਮ ਰੂਪੀ ਦੁੱਧ ਨੂੰ ਰਿੜਕ ਕੇ ਮੱਖਣ ਖਾਧਾ ਹੈ। ਹੁਣ ਪ੍ਰਤੱਖ ਦੁੱਧ ਹੈ, ਦੁੱਧ ਦੇ ਵਿੱਚ ਘਿਓ ਹੈ ਪਰ ਦਿਸਦਾ ਨਹੀਂ ਨਾ ਭਾਈ। ਅੱਗ ਦੇ ਵਿੱਚ, ਲੱਕੜ ਦੇ ਵਿੱਚ ਅੱਗ ਹੈ, ਦਿਸਦੀ ਨਹੀਂ ਨਾ। ਫੁੱਲਾਂ ਦੇ ਵਿੱਚ ਵਾਸ਼ਨਾ ਹੈ, ਸੁਗੰਧੀ ਹੈ, ਦਿਸਦੀ ਥੋੜ੍ਹੀ ਹੈ। ਇੱਦਾਂ ਹੀ ਸਾਡੇ ਅੰਦਰ ਅਕਾਲ ਪੁਰਖ ਹੈ ਪਰ ਦਿਸਦਾ ਨਹੀਂ। ਕਿਉਂ? ਹਜੇ ਉਹ ਨਾ ਅੰਦਰ ਸਮੁੰਦਰ ਨੂੰ ਰਿੜਕਣਾ ਨਹੀਂ ਕੀਤਾ। ਜਦੋਂ ਨਾਮ ਰੂਪੀ ਸਮੁੰਦਰ ਨੂੰ ਰਿੜਕਾਂਗੇ, ਦੁੱਧ ਨੂੰ ਰਿੜਕਾਂਗੇ, ਉਹਦੇ ਵਿੱਚੋਂ ਇੱਕ ਮੱਖਣ ਨਿਕਲੇਗਾ ਪ੍ਰਭੂ ਦੀ ਪ੍ਰਾਪਤੀ ਦਾ। ਤੇ ਮਹਾਰਾਜ ਕਬੀਰ ਜੀ ਕਹਿੰਦੇ, ਸੰਤੋ ਮਾਖਣ ਖਾਇਆ ਛਾਛ ਪੀਏ ਸੰਸਾਰ। ਸੰਤਾਂ ਨੇ ਤੇ ਪ੍ਰਭੂ ਦੀ ਪ੍ਰਾਪਤੀ ਰੂਪੀ ਮੱਖਣ ਖਾਧਾ ਏ। ਜਿਹੜੇ ਸੰਸਾਰੀ ਲੋਕ ਨੇ ਵਿਕਾਰਾਂ ਵਿੱਚ ਲੱਗ ਕੇ ਛਾਛ ਲੱਸੀ ਹੀ ਪੀਂਦੇ ਰਹੇ। ਇਹ ਮੈਨੂੰ ਲੱਗਦਾ ਵੀ ਰਾਜਸਥਾਨੀ ਬੋਲੀ ਹੈ ਛਾਛ, ਪੰਜਾਬੀ ਵਿੱਚ ਆਪਾਂ ਲੱਸੀ ਕਹਿ ਦਿੰਦੇ ਆ। ਮਹਾਰਾਜ ਬਾਬਾ ਕਬੀਰ ਜੀ ਕਹਿੰਦੇ ਨੇ, ਸੰਸਾਰੀ ਜਿਹੜੇ ਲੋਕ ਨੇ ਉਹ ਵਿਕਾਰਾਂ ਰੂਪੀ ਲੱਸੀ ਛਕਦੇ ਆ, ਉਹਦਾ ਕੋਈ ਬਹੁਤਾ ਫਾਇਦਾ ਨਹੀਂ। ਮੱਖਣ ਤੇ ਰੱਬ ਦੇ ਪਿਆਰਿਆਂ ਨੇ ਖਾਧਾ ਹੈ। ਮਨੁੱਖਾ ਜਨਮ ਦੇ ਵਿੱਚ ਆ ਕੇ ਭਗਤੀ ਤੇ ਹਰੀ ਦੇ ਪਿਆਰਿਆਂ ਨੇ ਕੀਤੀ ਹੈ। ਸੰਸਾਰੀ ਲੋਕ ਤੇ ਵਿਕਾਰਾਂ 'ਚ ਲੱਗ ਕੇ, ਝੂਠੇ ਲਾਲਚਾਂ 'ਚ ਲੱਗ ਕੇ ਮਰਨਾ ਹੀ ਭੁੱਲ ਜਾਂਦੇ ਹੈ। ਅਸੀਂ ਮਰਨਾ ਵੀ ਆ ਕਦੇ, ਕਿਉਂਕਿ ਗੁਰੂ ਸਾਹਿਬ ਨੇ ਕਹੀ ਦਿੱਤਾ, ਇਸ ਜਗ ਮੈਂ ਕੋਈ ਰਹਿਣ ਨਾ ਪਾਏ। ਮਹਾਰਾਜ ਦੱਖਣੀ ਓਅੰਕਾਰ 'ਚ ਕਹਿੰਦੇ ਆ ਗੁਰੂ ਨਾਨਕ ਸਾਹਿਬ, ਰਾਜਾ ਰੰਕ ਰਾਉ ਨਹੀਂ ਰਹਿਣਾ, ਆਏ ਜਾਏ ਜੁਗ ਚਾਰੇ। ਚਾਰਾਂ ਜੁਗਾਂ ਦੇ ਵਿੱਚ ਆਉਂਦੇ ਰਹੇ ਰਾਜੇ ਲੋਕ, ਗਰੀਬ ਲੋਕ, ਸਦਾ ਵਾਸਤੇ ਨਹੀਂ ਕੋਈ ਰਹਿੰਦਾ। ਕੌਣ ਰਹਿੰਦਾ ਹੈ? ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਦੁਨੀਆ ਤੇ ਕੌਣ ਰਹਿਣ ਵਾਲਾ? ਮਹਾਰਾਜ ਕੌਣ ਰਹਿੰਦਾ ਹੈ ਦੁਨੀਆ ਤੇ? ਪਿਤਾ ਸਤਿਗੁਰੂ ਵੱਡੇ ਗੁਰੂ ਤੇਗ ਬਹਾਦਰ ਕਹਿੰਦੇ, ਨਾਮ ਰਹਿਓ। ਨਾਮ ਜਪਣ ਵਾਲਾ ਜਿਹੜਾ ਪੁਰਸ਼ ਹੈ ਉਹ ਰਹਿੰਦਾ ਹੈ ਸਦਾ ਵਾਸਤੇ। ਸਾਧੂ ਰਹਿਓ, ਜਿਨ੍ਹਾਂ ਨੇ ਸਾਧਨਾ ਕੀਤੀ ਹੈ। ਇੱਕ ਰੱਬ ਦਾ ਨਾਮ ਰਹਿੰਦਾ, ਇੱਕ ਸਾਧੂ ਰਹਿੰਦੇ ਹੈ। ਰਹਿਓ ਗੁਰ ਗੋਬਿੰਦ, ਇੱਕ ਮਹਾਰਾਜ ਅਕਾਲ ਪੁਰਖ ਆਪ ਰਹਿੰਦੇ ਹੈ। ਤੇ ਬਾਕੀ ਸੱਚੇ ਪਾਤਸ਼ਾਹ ਕਹਿੰਦੇ ਚਲੇ ਜਾਂਦੇ ਹੈ ਦੁਨੀਆ ਤੋਂ। ਨਾਮ ਵੀ ਮਿਟ ਜਾਂਦਾ ਉਹਨਾਂ ਦਾ, ਨਾਮ ਵੀ। ਝੂਠੇ ਲਾਲਚਾਂ 'ਚ ਲੱਗ ਕੇ ਮਨੁੱਖਾ ਜਨਮ ਨੂੰ ਅਜਾਈਂ ਗਵਾਤਾ। ਝੂਠੇ ਲਾਲਚਾਂ 'ਚ ਲੱਗ ਕੇ ਮਰਨਾ ਨਹੀਂ ਜਾਣਦਾ, ਇਹਨੂੰ ਸੋਝੀ ਨਹੀਂ ਆਉਂਦੀ। ਕਦੋਂ ਮਰਨਾ ਚੇਤੇ ਆਵੇਗਾ? ਜਦੋਂ ਸਤਿਗੁਰੂ ਦੀ ਪਵਿੱਤਰ ਬਾਣੀ ਨੂੰ ਪੜ੍ਹੇਗਾ, ਜਦੋਂ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਨੂੰ ਸੁਣੇਗਾ। ਸੱਚੇ ਪਾਤਸ਼ਾਹ ਤੈਨੂੰ ਗਿਆਨ ਬਖਸ਼ਣਗੇ, ਮਹਾਰਾਜ ਤੈਨੂੰ ਸੋਝੀ ਦੇਣਗੇ, ਉਪਦੇਸ਼ ਦੇਣਗੇ। ਫਿਰ ਤੇਰਾ ਜਿਹੜਾ ਮਨ ਹੈ ਨਾ, ਜਿਹੜਾ ਮਨ ਤੇਰਾ ਸੁੱਤਾ ਹੋਇਆ ਮਾਇਆ ਦੀ ਨੀਂਦ 'ਚ, ਜਾਗ ਜਾਵੇਗਾ। ਸਤਿਗੁਰੂ ਕਹਿੰਦੇ, ਜਾਗ ਲੈ ਹੋ ਰੇ ਮਨਾ ਜਾਗ ਲੈ ਹੋ, ਕਹਾਂ ਗਾਫਲ ਸੋਇਆ। ਇਹ ਜਿਹੜਾ ਮਨ ਹੈ ਮਾਇਆ ਦੀ ਨੀਂਦ 'ਚ ਸੁੱਤਾ ਪਿਆ ਏ। ਇਸ ਜਿੰਨਾ ਚਿਰ ਸਤ ਸੰਗਤ ਰੂਪੀ ਘਰ ਵਿੱਚ ਨਹੀਂ ਬਹਿੰਦਾ, ਉਹਨਾਂ ਚਿਰ ਮਨ ਨਹੀਂ ਜਾਗੇਗਾ। ਤੇ ਜਦੋਂ ਮਨ ਜਾਗ ਗਿਆ ਫਿਰ ਸੋਝੀ ਆ ਜਾਏਗੀ, ਇਹ ਜਿਹੜਾ ਸੰਸਾਰ ਹੈ ਤੇ ਮਿੱਟੀ ਹੈ, ਇਹ ਜਿਹੜਾ ਸਰੀਰ ਹੈ ਤੇ ਮਿੱਟੀ ਦੀ ਢੇਰੀ ਹੈ। ਜਿਨ੍ਹਾਂ ਜਿਨ੍ਹਾਂ ਨੂੰ ਸੋਝੀ ਆਈ, ਜਿਨ੍ਹਾਂ ਦਾ ਮਨ ਜਾਗਿਆ, ਉਹਨਾਂ ਨੇ ਪਤਾ ਕੀ ਕਿਹਾ? ਜਲ ਕੀ ਭੀਤ ਪਵਨ ਕਾ ਥੰਬਾ, ਰਗਤ ਬੂੰਦ ਕਾ ਗਾਰਾ।
उन्होंने क्या हाड़ मास नाड़ी को पिंजरो पंखी बसे विचारा। नाम जपण वालिया ने की आखिया प्राणी क्या मेरा क्या तेरा। ये उन्होंने ये बचन असी नहीं कह सकते, हजे मेर तेर है, हजे दे अभिमान है। पर जदों नाम आ जाए, जदों बाणी आ जाए उहदी, फिर सोझी आ जाएगी। सतगुरु जी कहते जिहड़ा मनमुख पुरुष है ना, आउंदा ते वो भी है, पर जान जान च फर्क है। एक तो वह है भी जिन्हें संसार विच आके अकाल पुरख की कीती बंदगी ते पूरा हो गया। आपां कह दिंदे जी फलाना पूरा हो गया, ढिमका पूरा हो गया। पूरा नहीं होया भाई, उहदी मौत आई है। पूरा तो उदों हुंदा जदों उहदी आत्मा परमात्मा विच सदा वास्ते अभेद हो जाए, जदों उहदी आत्मा अकाल पुरख विच लीन हो जाए, उदों पूरा होंदा। सफल सफल भाई सफल यात्रा, आवण जाण रहे मिल साधा। वो मनुख पूरा जिहदी आत्मा परमात्मा विच लीन हो गई, लीन हो गई। इउं महाराज समझाउंदे आ, फिर प्रवान गणी से यह आए। उन्हां दा आउणा प्रवान है, उन्हां दा प्रवान आउणा है। दुनिया ते ਜਿਹੜੇ ਮਨੁੱਖਾ रूपी बाजी ਨੂੰ ਜਿੱਤ ਕੇ ਗਏ ਹੈ, ਜਿੱਤ ਕੇ ਗਏ। ਪਰ ਮਨੁੱਖਾ रूपी बाजी ਨੂੰ ਜਿੱਤਿਆ ਤਾਂ ਜਾਵੇਗਾ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਜਦੋਂ ਗੁਰਮੁਖ ਬਣ ਕੇ ਮੁਖੀ ਗੁਰਾਂ ਦੇ ਪਾਸ ਆਪਣਾ ਮਨ ਦੇ ਦਵੇਂਗਾ, ਆਪਣਾ ਤਨ ਦੇ ਦਵੇਂਗਾ, ਤੇ ਫਿਰ ਸੱਚੇ ਪਾਤਸ਼ਾਹ ਇਹ ਮਨੁੱਖਾ रूपी ਜਨਮ, ਜਿਹੜਾ ਮਨੁੱਖਾ ਜਨਮ रूपी बाजी है, फिर तू सतगुरां दी कृपा नाल जितेगा। इउं महाराज समझाउंदे आ सच्चे पातशाह। पर जिहड़ा मनमुख बंदा, सतगुरु जी कहते झूठे लालचां च लग के ना उन्हें मरना ही भुला दिता। मरना नहीं जानदा मरना नहीं जानदा मरना नहीं जानदा मरना नहीं जानदा झूठे मरना नहीं जानदा झूठे लालचां च लग के। मरना नहीं जानदा झूठे लालचां च लग के। लालचां च लग के मरना नहीं। झूठे लालचां च लग के, झूठे लालचां च लग के। मरना नहीं जानदा झूठे लालचां च लग के। मरना नहीं जानदा झूठे लालचां च लग के। खाना पीना हंसना सोना विसर गया है। बस विसार कुवारी किन्नी त्रिग जीवन दी। धन गुरु ग्रंथ साहिब महाराज सच्चे पातशाह कहते खाना पीना हंसना सौना
ਇਹਦੇ ਲਾਲਚਾਂ 'ਚ ਲੱਗ ਕੇ ਮਰਨਾ ਹੀ ਭੁਲਾ ਦਿੱਤਾ। ਖਾਣਾ ਯਾਦ ਰਹਿ ਗਿਆ, ਪੀਣਾ ਯਾਦ ਰਹਿ ਗਿਆ, ਸਰੀਰ ਦੀਆਂ ਲੋੜਾਂ ਸਾਨੂੰ ਯਾਦ ਰਹਿ ਗਈਆਂ। ਆਤਮਾ ਦਾ ਜਿਹੜਾ ਭੋਜਨ ਹਰੀ ਦਾ ਨਾਮ ਸੀ ਉਹਨੂੰ ਚੇਤੇ ਨਹੀਂ ਜੇ ਕੀਤਾ, ਉਹ ਛਕਣਾ ਨਹੀਂ ਕੀਤਾ। ਔਰ ਓਨਾ ਚਿਰ ਉਧਾਰ ਨਹੀਂ ਜੇ ਹੋਣਾ ਜਿੰਨਾ ਚਿਰ ਅਕਾਲ ਪੁਰਖ ਦਾ ਨਾਮ ਰੂਪੀ ਭੋਜਨ ਨੂੰ ਛਕਦੇ ਨਹੀਂ। ਮਹਾਰਾਜ ਕਹਿੰਦੇ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰ, ਉਹਦਾ ਹੀ ਉਧਾਰ ਹੋਣਾ, ਉਹਦਾ ਹੀ ਉਧਾਰ ਹੋਣਾ। ਮਹਾਰਾਜ ਕਹਿੰਦੇ ਜਿਸ ਨੇ ਨਾਮ ਰੂਪੀ ਭੋਜਨ ਨੂੰ ਛਕਿਆ। ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਅਲਾਣੀਆਂ ਦਾ ਪਾਠ ਮਹਾਰਾਜ ਉਚਾਰਦੇ ਹੈ। ਜਦੋਂ ਮ੍ਰਿਤਕ ਪ੍ਰਾਣੀ ਦਾ ਸੰਸਕਾਰ ਕਰਦੇ ਆ ਨਾ ਆਪਾਂ, ਦੀਨ ਦੁਨੀਆ ਦੇ ਪਾਤਸ਼ਾਹ, ਉਦੋਂ ਫਿਰ ਇੱਕ ਪਵਿੱਤਰ ਬਾਣੀ। ਅੱਛਾ, ਦੂਜੀ ਗੱਲ ਇਹ ਵੀ ਹੈ, ਕਿਤੇ ਹੁਕਮ ਨਾ ਵਾਜੇ ਨਾ ਅੰਮ੍ਰਿਤ ਵੇਲੇ, ਕਿਉਂਕਿ ਲੋਕਾਂ ਨੂੰ ਗਿਆਨ ਨਹੀਂ। ਬਾਣੀ ਕਹਿੰਦੀ ਹੈ ਬਿਨ ਨਾਵੈ ਜਾਗੋ ਇਹ ਕਮਲੇ ਨੇ। ਮੈਂ ਨਹੀਂ ਕਹਿੰਦਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਹੈ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬਿਨ ਨਾਵੈ ਜਗ ਕਮਲਾ ਫਿਰੇ। ਸਾਰਾ ਸੰਸਾਰ ਹੀ ਕਮਲਾ ਹੈ, ਅੰਦਰ ਨਾਮ ਨਹੀਂ ਇਹਦੇ। ਅੱਛਾ, ਜੇ ਤੜਕੇ ਹੁਕਮ ਨਾ ਵਾਜੇ ਨਾ ਗੁਰੂ ਘਰੋਂ ਅਲਾਣੀਆਂ ਚੁੱਲ੍ਹਾ, ਇਹ ਗ੍ਰੰਥੀ ਨੂੰ ਤੇ ਹੁਕਮਨਾਮਾ ਲੈਣਾ ਹੀ ਨਹੀਂ ਆਉਂਦਾ। ਤੇਰੇ ਹਿਸਾਬ ਨਾਲ ਚੱਲੇ ਗ੍ਰੰਥੀ, ਤੇਰੇ ਹਿਸਾਬ ਨਾਲ ਚੱਲੇ ਗੁਰੂ, ਤੇ ਫਿਰ ਤੇ ਠੀਕ ਹੈ। ਕਿਉਂਕਿ ਬਾਣੀ ਨੇ ਕਹਿ ਦਿੱਤਾ ਬਿਨ ਨਾਵੈ ਜਾਗੋ ਕਮਲਾ ਫਿਰ। ਪਰ ਜੇ ਨਾਮ ਹੋਵੇ ਤੇ ਕਹਿ ਦੇਣੋ। ਗੁਰੂ ਨਾਨਕ ਸਾਹਿਬ ਦੀ ਪਵਿੱਤਰ ਬਾਣੀ ਅੱਜ ਸਾਨੂੰ ਸਮਝਾ ਰਹੀ ਹੈ। ਆਖੇ ਜੀ ਹੁਕਮਨਾਮਾ ਠੀਕ ਆਇਆ, ਵੀ ਹੁਕਮਨਾਮਾ ਵੀ ਕੋਈ ਮਾੜਾ ਹੁੰਦਾ, ਹੁਕਮਨਾਮਾ ਵੀ ਕੋਈ ਮਾੜਾ ਹੁੰਦਾ। ਇਹ ਦੁਨੀਆ ਇੱਦਾਂ ਦੀਆਂ ਗੱਲਾਂ ਕਰਦੀ ਹੈ, ਕਿਉਂਕਿ ਗਿਆਨ ਨਹੀਂ ਇਹਨੂੰ, ਸਮਝ ਨਹੀਂ ਇਹਨੂੰ। ਸਤਿਗੁਰੂ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਬਾਣੀ 'ਚ, ਨਾਮ ਨਹੀਂ ਨਾ ਅੰਦਰ। ਜੇ ਨਾਮ ਹੁੰਦਾ ਤੇ ਸਿਆਣੇ ਹੁੰਦੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਲਾਣੀਆਂ ਦਾ ਪਵਿੱਤਰ ਪਾਠ ਉਚਾਰਦੇ ਹੈ, ਬਚਨ ਉਚਾਰਦੇ ਨੇ। ਬੜੀ ਬਰਾਗਮਈ ਬਾਣੀ ਹੈ। ਜਿੰਨਾ ਚਿਰ ਅੰਦਰ ਵਿਰਾਗ ਨਹੀਂ ਨਾ ਆਉਂਦਾ, ਓਨਾ ਚਿਰ ਸੰਸਾਰ ਦੇ ਵਿੱਚ ਔਰ ਦੁਨੀਆ ਤੋਂ ਤੂੰ ਮੁਕਤ ਨਹੀਂ ਹੋ ਸਕਦਾ। 84 ਲੱਖ ਜੂਨ ਤੋਂ ਤੂੰ ਮੁਕਤ ਨਹੀਂ ਹੋਵੇਂਗਾ। ਬਾਣੀ ਕਹਿੰਦੀ ਏ ਇਹ ਸੰਸਾਰ ਤੇ ਤਬ ਹੀ ਛੂਟੋ ਜੋ ਮਾਇਆ ਨਹਿ ਲਪਟਾਵੋ। ਮਾਇਆ ਨਾਮ ਗਰਭ ਜੋਨ ਕਾ ਤੇ ਤਜ ਦਰਸ਼ਨ ਪਾਵੋ। ਸੰਸਾਰ ਨੂੰ ਛੱਡਣਾ ਹੈ, ਅੰਦਰ ਵੈਰਾਗ ਚਾਹੀਦਾ। ਸਾਡੇ ਜੇ ਹੁਕਮਨਾਮਾ ਜੇ ਤੇ ਗ੍ਰੰਥੀ ਨੂੰ ਕਹਿ ਦਿੰਦੇ ਆ ਬਾਬਾ ਆਪਦਾ ਝੋਲਾ ਜਿਹਾ ਚੱਕ ਲਾ, ਸਾਡੇ ਹਿਸਾਬ ਨਾਲ ਲੈ ਹੁਕਮਨਾਮੇ। ਗੁਰੂ ਨਾਨਕ ਸਾਹਿਬ ਜੀ ਪਵਿੱਤਰ ਬਾਣੀ ਉਚਾਰਦੇ ਆ ਲਾਣੀਆਂ ਦੇ ਵਿੱਚ। ਬੜੀ ਬਰਾਗਮਈ ਬਾਣੀ ਹੈ ਔਰ ਮਨ ਨੂੰ ਸ਼ਾਂਤੀ ਬਖਸ਼ਣ ਵਾਲੀ ਹੈ, ਮਨ ਨੂੰ ਬੈਰਾਗ ਬਖਸ਼ਣ ਵਾਲੀ ਹੈ। ਦੀਨ ਦੁਨੀਆ ਦੇ ਮਾਲਕੋ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵਡਹੰਸ ਰਾਗ ਦੇ ਅੰਦਰ ਪਵਿੱਤਰ ਬਚਨ ਉਚਾਰਦੇ ਹੈ। ਧੰਨ ਸਿਰਿੰਦਾ ਸੱਚਾ ਪਾਤਸ਼ਾਹੋ ਜਿਨ ਜਗ ਧੰਦਾ ਲਾਇਆ। ਜਦੋਂ ਪ੍ਰਾਣੀ ਦਾ ਸੰਸਕਾਰ ਕਰਾ ਕੇ ਆਈਦਾ ਨਾ, ਫਿਰ ਆਪਾਂ ਇਹ ਬਾਣੀ ਸੁਣਦੇ ਹਾਂ। ਔਰ ਇਹੀ ਰਾਗ ਦੇ ਵਿੱਚ ਮਹਾਰਾਜ ਘੋੜੀਆਂ ਉਚਾਰਦੇ ਹੈ। ਯਾਦ ਰੱਖੀ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਯਾਦ ਰੱਖੀ ਦੁੱਖ ਤੇ ਸੁੱਖ ਤੇਰੇ ਜ਼ਿੰਦਗੀ ਵਿੱਚ ਆਉਣਗੇ ਹੀ ਆਉਣਗੇ। ਕਿਉਂਕਿ ਬਾਣੀ ਦਾ ਫਰਮਾਨ ਹੈ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਇਹ ਤੇ ਆਉਣੇ ਹੀ ਰਹਿਣੇ ਹੈ, ਕਿਉਂਕਿ ਕਰਮ ਜੋ ਬੀਜੇ ਹੈ ਤੂੰ ਮਾੜੇ ਚੰਗੇ। ਸਤਿਗੁਰੂ ਕਹਿੰਦੇ ਨਾ ਕਦ ਤੱਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਅਖੇ ਜੀ ਇਹ ਤੇ ਰੱਬ ਦੀ ਮਰਜ਼ੀ ਹੈ। ਕਰਮ ਤੂੰ ਕੀਤਾ ਹੋਵੇ ਲਾਂਭੇ ਮਾਲਕ ਨੂੰ ਦਵੇਂ। ਸਪਸ਼ਟ ਕਹਿ ਦਿੱਤਾ ਮਹਾਰਾਜ ਨੇ ਕਦ ਤੱਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਕਿਸੇ ਨੂੰ ਵੀ ਤੂੰ ਦੋਸ਼ ਨਾ ਦੇ, ਮਾੜਾ ਕੀਤਾ ਹੈ ਤੂੰ ਮਾੜਾ ਹੀ ਭੋਗੇਗਾ। ਐਸਾ ਕੰਮ ਮੂਲੇ ਨਾ ਕੀਚੈ ਜਿਤੇ ਅੰਤ। ਬਾਣੀ ਤੇ ਸਮਝਾ ਰਹੀ ਹੈ
ਪਰ ਦੋਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਕੱਢਦੇ ਆ, ਰੱਬਾ ਤੇਰਾ ਮੇਰੇ ਨਾਲ ਕਾਹਦਾ ਵੈਰ ਹੈ। ਇਹ ਹੈ ਭਾਈ। ਧੰਨ ਗੁਰੂ ਨਾਨਕ ਸਾਹਿਬ ਆਖਣ ਲੱਗੇ ਨੇ, ਵਡਹੰਸ ਰਾਗ ਦੇ ਵਿੱਚ ਲਾਹਣੀਆਂ ਉਚਾਰਦੇ ਆ। ਰਾਗ ਵਡਹੰਸ ਮਹੱਲਾ ਪਹਿਲਾ, ਘਰ ਪੰਜਵਾ ਲਾਹਣੀਆਂ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਮੰਗਲ ਕਰਕੇ ਬਾਣੀ ਉਚਾਰਦੇ ਆ। ਵਡਹੰਸ ਰਾਗ ਦੇ ਅੰਦਰ 578 ਅੰਗ ਤੇ। ਧੰਨ ਸਿਰਿੰਦਾ ਸੱਚਾ ਪਾਤਸ਼ਾਹੋ, ਜਿਨ ਜਗ ਧੰਦੇ ਲਾਇਆ। ਆਖਣ ਲੱਗੇ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆਂ, ਧੰਨ ਸਿਰਿੰਦਾ ਉਹ ਜਿਹੜਾ ਪਰਮਾਤਮਾ ਹੈ, ਧੰਨਤਾ ਦੇ ਯੋਗ ਹੈ। ਸਿਰਿੰਦਾ ਭਾਵ ਸਿਰਜਣ ਵਾਲਾ, ਜਿਹਨੇ ਸਾਰੀ ਦੁਨੀਆ ਨੂੰ ਸਿਰਜਿਆ, ਸਾਰੀ ਦੁਨੀਆ ਨੂੰ ਬਣਾਉਣਾ ਕੀਤਾ ਹੈ। ਇੱਥੇ ਬ੍ਰਹਮੇ ਹੋਣੀ ਕਹਿੰਦੇ ਸੀ ਅਸੀਂ ਦੁਨੀਆ ਨੂੰ ਸਾਜਿਆ, ਨਹੀਂ, ਕੋਟ ਬ੍ਰਹਮੇ ਜਗ ਸਾਜਣ ਲਾਏ। ਉਹ ਬ੍ਰਹਮੇ ਹੋਣੀ ਤੇ ਮਹਾਰਾਜ ਨੇ ਕਰੋੜਾਂ ਦੀ ਗਿਣਤੀ 'ਚ ਸਾਜਣ ਲਾਏ ਹੋਏ ਨੇ। ਇੱਥੇ ਇੱਕ ਬ੍ਰਹਮੇ ਦੀ ਗੱਲ ਨਹੀਂ, ਕੋਟ ਬ੍ਰਹਮੇ ਜਗ ਸਾਜਣ ਲਾਏ। ਕਰੋੜਾਂ ਬ੍ਰਹਮਾ ਜੀ ਹੋਣੀ ਤੇ ਸਾਜਣ ਲਾਏ ਨੇ ਜਗਤ ਨੂੰ। ਸਤਿਗੁਰੂ ਜੀ ਕਹਿੰਦੇ, ਹੇ ਮਰਦਾਨਿਆ, ਕਾਲ ਪੁਰਖ ਧੰਨਤਾ ਦੇ ਯੋਗ ਹੈ, ਜਿਹਨੇ ਇਹ ਸੰਸਾਰ ਦੀ ਉਤਪਤੀ ਕੀਤੀ ਹੈ। ਸੱਚਾ ਪਾਤਸ਼ਾਹ ਆਪ ਪਰ ਸੱਚਾ ਹੈ। ਉਹਦਾ ਜਿਹੜਾ ਤਖਤ ਹੈ ਪਾਤਸ਼ਾਹੀ ਹੈ, ਸੱਚੀ ਹੈ। ਦੁਨੀਆ ਦੇ ਤਖਤ ਤੇ 5 ਸਾਲ ਕਿਸੇ ਕੋਲ ਹੈ, ਅਗਲੇ 5 ਸਾਲ ਕਿਸੇ ਕੋਲ ਹੈ। ਰੱਬ ਦਾ ਜਿਹੜਾ ਤਖਤ ਹੈ ਨਾ, ਅਕਾਲ ਪੁਰਖ ਦਾ ਜਿਹੜਾ ਤਖਤ ਹੈ, ਉਹਦੇ ਹੀ ਪਾਸ ਰਹੇਗਾ। ਕਿਉਂਕਿ ਰੱਬ ਤੋਂ ਵੱਡਾ ਕੋਈ ਹੈ ਨਹੀਂ। ਤਿਸਕਾ ਸ਼ਰੀਕ ਕੋ ਨਹੀਂ, ਨਾ ਕੋਈ ਉਹਦਾ ਸ਼ਰੀਕ ਹੈ, ਨਾ ਕੋ ਕੰਟਕ ਵੈਰਾਈ, ਨਾ ਕੋਈ ਉਹਦਾ ਵੈਰੀ ਹੈ। ਔਰ ਜੇ ਅਕਾਲ ਪੁਰਖ ਨਾਲ ਯੁੱਧ ਵੀ ਕਰ ਲਵੇ ਤਾਂ ਵੀ ਰੱਬ ਦੀ ਹੀ ਜਿੱਤ ਹੋਵੇਗੀ, ਕਿਉਂਕਿ ਅਜੈ ਹੈ, ਅਭੈ ਹੈ, ਅਭੂਤ ਹੈ, ਅਧੂਤ ਹੈ। ਬਾਣੀ ਕਹਿੰਦੀ ਹੈ ਜਾਪ ਸਾਹਿਬ ਦੀ, ਉਹਨੂੰ ਜਿੱਤਿਆ ਨਹੀਂ ਜਾ ਸਕਦਾ। ਅਕਾਲ ਪੁਰਖ ਕਹਿੰਦੇ ਐਸਾ ਹੈ, ਸੱਚਾ ਪਾਤਸ਼ਾਹੋ, ਉਹਦੀ ਜਿਹੜੀ ਪਾਤਸ਼ਾਹੀ ਏ ਸੱਚੀ ਹੈ। ਕਹਿੰਦੇ ਜਿਨ ਜਗ ਧੰਦੇ ਲਾਇਆ, ਜਿਹਨੇ ਸਾਰੇ ਸੰਸਾਰ ਨੂੰ ਧੰਦੇ ਲਾਇਆ ਹੈ, ਸਾਰੇ ਸੰਸਾਰ ਨੂੰ। ਆਖਣ ਲੱਗੇ ਨੇ ਭਗਤਾਂ ਤੋਂ ਭਗਤੀ ਕਰਵਾ ਰਿਹਾ, ਜਿਹਦੇ ਚੰਗੇ ਕਰਮ ਸੀ ਉਹਨੂੰ ਉਹਦਾ ਫਲ ਚੰਗਾ ਦੇ ਦਿੱਤਾ, ਮਾੜੇ ਕਰਮ ਸੀ ਮਾੜੇ ਕਰਮਾਂ ਦੇ ਵਿੱਚ ਪਾ ਦਿੱਤਾ। ਔਰ ਜਪਜੀ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਆਉਂਦਾ ਨਾ, ਫਿਰ ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈ ਹੈ। ਉਹਦੇ ਹੁਕਮ 'ਚ ਹੀ ਸਭ ਕੁਝ ਹੋ ਰਿਹਾ। ਕਰਮ ਜਿਹਦੇ ਚੰਗੇ ਸੀ ਭਗਵਾਨ ਦੀ ਬਖਸ਼ਿਸ਼ ਹੋ ਗਈ ਉਹਦੇ ਤੇ, ਜਿਹਦੇ ਕਰਮ ਮਾੜੇ ਸੀ ਉਹਨੂੰ ਫਿਰ ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈ ਹੈ। 84 ਲੱਖ ਜੂਨ ਵਿੱਚ ਉਹਨੂੰ ਭਵਾ ਦਿੱਤਾ, ਭਰਮਾ ਦਿੱਤਾ ਹੈ। ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਪਾਤਸ਼ਾਹ ਕਹਿੰਦੇ ਮਰਦਾਨਿਆ, ਇਹ ਸੰਸਾਰ ਨੂੰ, ਇਹ ਜਗਤ ਨੂੰ ਕਾਲ ਪੁਰਖ ਨੇ ਧੰਦੇ ਲਾਇਆ ਹੈ, ਧੰਦੇ ਲਾਇਆ ਹੋਇਆ ਹੈ। ਮੋਹਲਤ ਪੁੰਨੀ ਪਾਈ ਭਰੀ, ਮੋਹਲਤ ਦਾ ਭਾਵ ਹੈ ਵੀ ਜਿੰਨਾ ਵੀ ਤੈਨੂੰ ਸਮਾਂ ਮਿਲਿਆ। ਗੁਰੂ ਨਾਨਕ ਸਾਹਿਬ ਆਖਣ ਲੱਗੇ ਨੇ, ਪਾਈ ਭਰੀ, ਤੇਰੇ ਸਰੀਰ ਨੂੰ ਸਮਾਂ ਦੇ ਦਿੱਤਾ ਹੈ। ਪਾਈ ਭਰੀ, ਇਹਦੇ ਵਿੱਚ ਉਹਨੇ ਜਿੰਦ ਭਰਤੀ ਹੈ, ਆਪਣੀ ਚੇਤਨ ਸੱਤਾ ਭਰ ਦਿੱਤੀ ਹੈ। ਜਾਨੀਆੜਾ ਘੱਤ ਚਲਾਇਆ। ਆਖਣ ਲੱਗੇ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਦੋਂ ਜੀਵ ਦਾ ਸਮਾਂ ਮੁੱਕ ਜਾਵੇ, ਜਿੰਨਾ ਸਮਾਂ ਅਕਾਲ ਪੁਰਖ ਨੇ ਦਿੱਤਾ ਹੈ ਉਹ ਸਮਾਂ ਕਹਿੰਦੇ ਮੁੱਕ ਜਾਵੇ ਨਾ, ਫਿਰ ਜਾਨੀਆੜਾ ਘੱਤ ਚਲਾਇਆ। ਜਮਦੂਤ ਅੱਗੇ ਲੈ ਕੇ ਜਾਂਦੇ ਨੇ ਉਹਨੂੰ। ਫਿਰ ਕਹਿੰਦੇ ਨਾ ਜਿੰਨੇ ਵੀ ਕੰਮ ਨੇ ਸਾਰੇ ਹੀ ਛੁੱਟ ਜਾਂਦੇ ਆ। ਉੱਥੇ ਇਹ ਨਹੀਂ ਕਹੇਗਾ ਮੇਰਾ ਜੀ ਲੜਕੀ ਵਿਆਹੁਣ ਵਾਲੀ ਏ, ਮੇਰਾ ਲੜਕਾ ਵਿਆਹੁਣ ਵਾਲਾ ਏ। ਉੱਥੇ ਇਹ ਨਹੀਂ ਕਹੇਗਾ ਮੇਰਾ ਘਰ ਪਾਉਣ ਵਾਲਾ ਏ। ਜਦੋਂ ਪਰਮਾਤਮਾ ਦੀ ਚਿੱਠੀ ਆ ਜੇ ਉਦੋਂ ਫਿਰ ਐਸੀ ਚਿੱਠੀ ਦਾ ਰੋਬ ਹੈ, ਉਹਦੀ ਚਿੱਠੀ ਐਸੀ ਹੈ, ਫਿਰ ਉਹ ਜਾਣਾ ਹੀ ਪੈਂਦਾ ਹੈ, ਕੋਈ ਰੁਕ ਨਹੀਂ ਸਕਦਾ। ਉਦੋਂ
सच्चे पातशाह जी कहते जानी अड़ा घत चलाया, जानी घत चलाया लिखिया आया, रुने वीर सबाए। आखण लगे ने जदों इहदे विचों जिंद कढ लई, भाव चेतन सत्ता कढ लई, आत्मा कढ लई, वो भगवान की जिहड़ी जोत है सूखम शरीर कढ लिया, उदों फिर दूत इहनूं अगे ला के लैके जांदे ने। रब दे प्यारे ऐसे हुंदे ने भी वो देह बदेह तो उपर उठ जाते हैं, क्योंकि बंदगी ही उन्हां दी इन्नी हुंदी है, अपने सूखम शरीर नूं आप ही बाहर कढ लैंदे है। जिवें बाणी कहंदी गुरमुख आवे जावे निसंग, दखणी ओंकार दे विच बचन है गुरु नानक साहिब दे। रब दे जिहड़े प्यारे है वो भाई अपने शरीर नूं इदां ही लै जांदे है अपनी मर्जी अनुसार, पर जिहड़ा कोई दुनियावी जीव है उन्होंने फिर जामदूत अगे ला के लैके जाते हैं। सतगुरु जी कहते ये शरीर छड्डण नूं चित नहीं सी करदा इहदा, फिर उन्होंने केसां तो फड़दे है। जान निकलनी किते सौखी गल नहीं। महाराज का बचन है, भगत फरीद जी कहते जित दिहाड़े धन वरी साहे लए लखाए। वो साही चिट्ठी ते लिखी गई जदों तूं इहनूं विआहुणा मौत नूं, जित तिहाड़े धन वरी साहे लए लखाए, मलक जे कन्नी सुनीदा मोह दिखाले आए। जिंद नमाणी कड्डी है हड्डां कूं कड़काए। जो जिंद निकलदी ना फिर जान निकलदी है, हट कड़कदे है, बड़ी पीड़ हुंदी है, उदों बड़ा दर्द हुंदा उदों। महाराज कहंदे इहदा चित नहीं सी करदा, क्योंकि मोह ही इन्ना पै गया संसार दे नाल, दुनिया दे नाल, परिवार दे नाल। मेरी फैमिली है, मेरा फलाना आ, ये मेरे पुत्र ने, मोह ही इन्ना पै गया। सतगुरु कहंदे इहनूं भाई छड्डण नूं चित नहीं सी करदा इहदा। ते फिर जदों आ जांदे है जो जम आए केस गए पट गए, केस फड़दे है फिर जम का डंड मूड मैं लागे, कहो कबीर तब ही नर जागे। जो फड़दे है ना इनू वालों तो फड़दे मनुख नूं, उदों फिर नास्तिक तो नास्तिक बंदा भी जागदा। क्यों? क्योंकि उदों दुख हुंदा, उदों कोई फिर अपना सहायता नहीं करदा, उदों फिर अकाल पुरख धन गुरु नानक साहिब नूं चेते करदा। महाराज किरपा करो मेरे ते, हुण मैनूं अपना आसरा लो। पर भाई उदों सतगुरु जी आसरा दे नहीं सकते। क्यों? क्योंकि उदों समा ही निकल गया, समा ही तू अजाई गवा दिता। जदों जमदूत आउंदे है ना, हुण ध्यान दिओ फिर इत्थे, उदों बड़ी पीड़ हुंदी है। छड्ड खड़ोते खिने माहे जिनसो लगा हेत। महाराज की पवित्र बाणी कहती है 12 माह का पाठ तुसीं संगरांद नूं सुणदे हो, उस देग लैण ना चले जाया करो भी कली देग ही लैके आउणी है। बह के 12 माह का पाठ सुनिया करो, कथा सुनिया करो, ताकि सानू महीने का पता लगे। महाराज कहते छड्ड खड़ोते खिने माहे जिनसों लगा हेत। एक क्षण दे विच तूं छड़ जाना है जिन्हां दे नाल तेरा हित लाया होया सी। पर जदों आउंदी है ना मौत, दूत आउंदे है, केस गह पट के केसां तो फड़दे है, उदों फिर बड़ा दुख हुंदा। सहायता करन वास्ते पुੱਤ नूं कहना, धी नूं कहेगा। महाराज कहंदे उदों फिर वो सहायता नहीं कर सकते, क्योंकि उतों तक इन्हां दी पहुँच ही नहीं भी सहायता कर देण। उतों तक ते परिवार की पहुँच ही नहीं। अज कहना मेरी वो उपर तक पहुँच है, मेरी मुख मंत्री तक पहुँच है, तो जो दूतां ने फड़ लेना पहुँचा जियां सारियां खत्म हो जानियां तेरियां। जिनसो लगा हेत हथ मरोड़े तन कपे, स्याहो हुआ सेत। हथ मरोड़े हथ मुड़ जाते है, तन कपे तन कंबदा फिर। जिनसो लगा हेत, हित तू लाया होया इन्हां दे नाल। सच्चे पातशाह आखण लगे ने दीन दुनिया दे मालक धन गुरु नानक साहिब कहंदे फिर जदों दूत आउंदे है ना, उदों मार पैंदी है, उदों फिर रब चेते आउंदा है। पर समा निकल गया। तैनूं समा दिता सी मनुखा जन्म दे विच आ के नाम जपण दा, उदों समा निकल गया।
पर पातशाह कहते हुण दुख भोगी फिर नानक चिरंकाल दुख भोगते जिहड़े रब नूं भुल गए ना। महाराज पवित्र बाणी सच्चे पातशाह धन गुरु अर्जन साहिब दी कहती है श्लोक सहस कृति बपरीत बुद्धियं मारत लोक है नानक चिरंकाल दुख भोगते। बहुत दुख प्राप्त हुंदा उन्हां नूं ऐसे मालक नूं जिहड़े भुल जांदे है, क्योंकि हर बिसरत सदा खुआरी जिहड़े हरी नूं भुल गए सदा ही दुखी है। वो भावें कोठियां च क्यों ना रहिंदे होण, वो भावें महलां विच क्यों ना रहिंदे होण, वो भावें बंगलियां विच क्यों ना रहिंदे होण। बसंत स्वर्ग लोक है जितते पृथ्वी नव खंडन है। विसरंत हर गोपाल है नानक ते प्राणी उद्यान परमण है। महाराज कहते बसंत स्वर्ग लोक है, वो भावें स्वर्ग लोक विच वसदा होवे। जितते पृथ्वी नव खंडन है, 9 खंड की पृथ्वी नूं भी जित लवे। पर महाराज कहते जे अंदर उहदी याद नहीं इउं समझ लवे मैं ते उजाड़ च ही तुरिया फिरदा, उजाड़ च ही तुरिया फिरदा। जिथे नाम ना जपीए मेरे गोइंदा सही नगर उजाड़ी जीओ। वो शरीर तेरा उजाड़ है जेड़े शरीर विच नाम नहीं जपिया अकाल पुरख दा। इस करके हुंदे ने कुआर जिन्ना रब नूं विसारिया, हुंदे ने कुआर जिन्ना रब नूं विसारिया। जिने कुआर जिन्ना रब देने कुआर देने कुआर जिन्ना रब विसारिया, देने कुआर जिन्ना रब विसारिया। रब नूं विसारिया देने कुआर विसारिया, गुरां नूं विसारिया। रब नूं विसारिया, गुरां नूं विसारिया। गुरां नूं विसारिया, कर्म कमावणे दोष न कारू। परमेश्वर ते भुल्लिया व्यापन सबेरो। धन गुरु अर्जन देव महाराज कहते परमेश्वर ते भुल्लिया व्यापन सबे रोग। सारे रोग चिंबड़दे ने उदों जदों रब भुल जे। फिर भावें तू महिलां विच क्यों ना रहिंदा होवे। तुद बिन रोग रजाइयां दा ओडण नाग निवासां दे रहना। तेरी याद तो बिना आखण लगे गुरु गोबिंद सिंह कहंदे हे भगवान तेरी याद तो बिना ते जिवें नागां दे कोल रहना होवे। सच्चे पातशाह जी इउं समझाउंदे ने
ਗੁਰੂ ਨਾਨਕ ਸਾਹਿਬ ਆਖਣ ਲੱਗੇ ਨੇ, ਜਾਨੀ ਘੱਤ ਚਲਾਇਆ ਲਿਖਿਆ ਆਇਆ, ਜਿਵੇਂ ਪਰਮਾਤਮਾ ਨੇ ਉਹਦੀ ਪਰਾਲਬਧ ਲਿਖੀ ਸੀ, ਜਿਵੇਂ ਉਹਦੀ ਉਮਰ ਲਿਖੀ ਸੀ। ਕਿਉਂਕਿ ਬਾਣੀ ਕਹਿੰਦੀ ਮਰਨ ਲਿਖਾਏ ਮੰਡਲ ਮਹਿ ਆਏ। ਮੰਡਲ ਵਿੱਚ ਆਉਣ ਤੋਂ ਪਹਿਲਾਂ, ਭਾਵ ਇਹ ਸੰਸਾਰ ਦੇ ਵਿੱਚ ਆਉਣ ਤੋਂ ਪਹਿਲਾਂ ਮਰਨਾ ਲਿਖਿਆ ਜਾਂਦਾ ਹੈ। ਸਵਾਸ ਕਿੰਨੇ ਦੇਣੇ ਨੇ ਪਰਮਾਤਮਾ ਨੇ ਲਿਖੇ ਜਾਂਦੇ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਵੇਂ ਅਕਾਲ ਪੁਰਖ ਨੇ ਲੇਖ ਲਿਖਿਆ ਸੀ, ਉਹ ਕਹਿੰਦੇ ਖਤਮ ਹੋ ਗਏ, ਹੁਣ ਸਵਾਸ ਖਤਮ ਹੋ ਗਏ ਤੇਰੇ। ਜਾਨੀ ਘੱਤ ਚਲਾਇਆ, ਤੇਰੀ ਜਿੰਦ ਨੂੰ ਫਿਰ ਅੱਗੇ ਲਾ ਲਿਆ। ਰੁੰਨੇ ਵੀਰ ਸਬਾਏ, ਫਿਰ ਰੋਂਦੇ ਨੇ ਸਾਰੇ ਵੀਰ ਉਹਦੇ ਸਾਖ ਸੰਬੰਧੀ ਰਿਸ਼ਤੇਦਾਰ ਰੋਂਦੇ ਨੇ ਜਦੋਂ ਉਹ ਸੂਖਮ ਸਰੀਰ ਨੂੰ ਅੱਗੇ ਲੈ ਜਾਂਦੇ ਹੈ, ਜਦੋਂ ਜੀਵਨ ਨੂੰ ਅੱਗੇ ਲੈ ਜਾਂਦੇ ਨੇ। ਕਾਇਆ ਹੰਸ ਥੀਆ ਵੇ ਛੋੜਾ, ਜਾ ਦਿਨ ਪੁੰਨੈ ਮੇਰੀ ਮਾਏ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਐ, ਸੱਚੇ ਪਾਤਸ਼ਾਹ ਕਹਿੰਦੇ ਕਾਇਆ ਹੰਸ ਥੀਆ ਵੇ ਛੋੜਾ। ਕਿਹਦੇ ਨਾਲੋਂ ਵਿਛੋੜਦਾ? ਕਾਇਆ ਨਾਲੋਂ। ਉਹ ਹੰਸ ਨੂੰ, ਉਹ ਆਤਮਾ ਨੂੰ ਕਿਹਦੇ ਨਾਲੋਂ ਤੋੜਦਾ? ਕਾਇਆ ਨਾਲੋਂ। ਦੇਖੋ, ਜੇ ਸਾਡਾ ਸਰੀਰ ਹੈ ਤੇ ਇਹਦੇ ਵਿੱਚ ਆਤਮਾ ਰਹਿੰਦੀ ਹੈ। ਆਤਮਾ ਨੂੰ ਸਰੀਰ ਚਾਹੀਦਾ, ਸਰੀਰ ਨੂੰ ਆਤਮਾ ਚਾਹੀਦੀ ਹੈ। ਜੇ ਆਤਮਾ ਹੀ ਨਹੀਂ ਤੇ ਸਰੀਰ ਕਿਵੇਂ ਤੁਰੇ ਫਿਰੇ? ਕਿਵੇਂ ਤੂੰ ਖਾ ਪੀ ਸਕੇਗਾ, ਚੱਲ ਫਿਰ ਸਕੇਗਾ? ਜਿੰਨਾ ਚਿਰ ਇਹਦੇ ਅੰਦਰ ਆਤਮਾ ਹੈ ਔਰ ਉਹਨਾਂ ਚਿਰ ਸਰੀਰ ਤੁਰਿਆ ਫਿਰਦਾ ਹੈ, ਤੇ ਜਦੋਂ ਆਤਮਾ ਨਿਕਲ ਜੇ ਮਿੱਟੀ ਦੀ ਢੇਰੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ, ਕਾਇਆ ਹੰਸ ਥੀਆ ਵੇ ਛੋੜਾ, ਇਹਦੇ ਨਾਲੋਂ ਵਿਛੋੜ ਦਿੱਤਾ। ਕਹਿੰਦੇ ਜਾ ਦਿਨ ਪੁੰਨੈ ਮੇਰੀ ਮਾਏ, ਜਦੋਂ ਕਹਿੰਦੇ ਉਹ ਦਿਨ ਪੂਰੇ ਹੋ ਜਾਂਦੇ ਨੇ। ਸੱਚੇ ਪਾਤਸ਼ਾਹ ਆਖਣ ਲੱਗੇ ਨੇ, ਜਦੋਂ ਉਹ ਦਿਨ ਪੂਰੇ ਹੋ ਜਾਂਦੇ ਨੇ, ਫਿਰ ਉਹ ਪਰਮਾਤਮਾ ਇਹ ਆਤਮਾ ਨੂੰ ਸਰੀਰ ਨਾਲੋਂ ਵਿਛੋੜ ਦਿੰਦਾ ਹੈ। ਉਦੋਂ ਫਿਰ ਵਿਛੋੜਾ ਹੋ ਗਿਆ ਇਹਨਾਂ ਦਾ। ਆਖਣ ਲੱਗੇ ਜਿਹਾ ਲਿਖਿਆ ਤੇਹਾ ਪਾਇਆ, ਜਿਹਾ ਪੁਰਬ ਕਮਾਇਆ। ਮਹਾਰਾਜ ਆਖਣ ਲੱਗੇ ਨੇ, ਜਿਹਾ ਲਿਖਿਆ ਤੇਹਾ ਪਾਇਆ, ਜਿਵੇਂ ਪਰਮਾਤਮਾ ਨੇ ਉਹਦੇ ਲੇਖ ਲਿਖੇ ਸੀ। ਹੁਣ ਧਿਆਨ ਦਿਓ, ਇੱਥੇ ਇੱਕ ਕਿਰੇਮਾਨ ਕਰਮ ਹੁੰਦਾ, ਇੱਕ ਸਿੰਚੇਮਾਨ, ਇੱਕ ਪਰਾਲਬਧ। ਕਿਰੇਮਾਨ ਕਰਮ ਉਹ ਹੁੰਦੇ ਆ ਜੋ ਕੀਤੇ ਜਾ ਰਹੇ ਹੈ। ਕਿਰੇਮਾਨ ਕਰਮ ਤੂੰ ਕਰਦਾ ਹੈ, ਘੰਟੇ 2 ਘੰਟੇ ਬਾਅਦ ਇਹ ਇਕੱਠਾ ਹੋ ਗਿਆ ਕਰਮ। ਜਿਹੜਾ ਕਰਮ ਤੂੰ ਕਰ ਲਿਆ ਉਹ ਇਕੱਠਾ ਹੋ ਗਿਆ। ਉਹ ਕਰਮ ਨੂੰ ਸਿੰਚੇਮਾਨ ਕਰਮ ਕਹਿ ਦਿੱਤਾ। ਸਿੰਚੇਮਾਨ ਕਰਮ ਹੀ ਪਰਾਲਬਧ ਬਣਦੀ ਹੈ। ਤਾਂ ਹੀ ਗੁਰੂ ਸਾਹਿਬ ਕਹਿੰਦੇ ਆ ਨਾ ਵੀ ਕਰਮ ਤੂੰ ਧਿਆਨ ਨਾਲ ਕਰ, ਇਹ ਤੈਨੂੰ ਹੀ ਇਹਦਾ ਫਲ ਭੋਗਣਾ ਪੈਣਾ ਆ। ਹੁਣ ਜਿਵੇਂ ਆਪਾਂ ਸਤ ਸੰਗਤ ਕਰ ਰਹੇ ਆ, ਇਹ ਇਕੱਠਾ ਹੋ ਜਾਣਾ, ਜਿਵੇਂ ਸਮਾਪਤੀ ਹੋ ਜਾਣੀ ਹੈ ਨਾ ਫਿਰ, ਤੇ ਇਹ ਜਿਹੜਾ ਕਰਮ ਕੀਤਾ ਇਕੱਠਾ ਹੋ ਗਿਆ, ਇਹ ਨਹੀਂ ਹੀ ਪਰਾਲਬਧ ਬਣਨੀ ਹੈ। ਮਾੜਾ ਕੀਤਾ ਆ, ਉਹ ਵੀ ਇਕੱਠਾ ਹੋ ਰਿਹਾ, ਉਹ ਵੀ ਪਰਾਲਬਧ ਬਣ ਜਾਏਗੀ। ਸੋ ਸਤਿਗੁਰੂ ਜੀ ਕਹਿੰਦੇ ਐ, ਜਿਹਾ ਲਿਖਿਆ ਤੇਹਾ ਪਾਇਆ। ਦੁਨੀਆ ਤੇ ਜੀਵ ਜਿਹੋ ਜਿਹਾ ਕੋ ਕਰਮ ਕਰਦਾ ਹੈ, ਉਹ ਕਰਮਾਂ ਦੀ ਪੂੰਜੀ ਨੂੰ ਲੈ ਕੇ ਆਉਂਦਾ ਹੈ। ਜਿਹਾ ਪੁਰਬ ਕਮਾਇਆ, ਜਿਹੜਾ ਉਹਨੇ ਇਹ ਕਰਮ ਸੱਚੇ ਪਾਤਸ਼ਾਹ ਜੀ ਕਹਿੰਦੇ ਕਮਾਉਣੇ ਕੀਤੇ ਸੀ। ਧੰਨ ਸਰਿੰਦਾ ਸੱਚਾ ਪਾਤਸ਼ਾਹੋ, ਜਿਣ ਜਗ ਧੰਦੇ ਲਾਇਆ। ਆਖਣ ਲੱਗੇ ਨੇ ਗੁਰੂ ਨਾਨਕ ਸਾਹਿਬ ਕਹਿੰਦੇ, ਮਰਦਾਨਿਆ ਉਹ ਪਰਮਾਤਮਾ ਧੰਨਤਾ ਦੇ ਯੋਗ ਹੈ ਜਿਹਨੇ ਇਹ ਸੰਸਾਰ ਨੂੰ ਸਿਰਜਣਾ ਕੀਤਾ ਹੈ। ਜਿਨ ਜਗ ਧੰਦੇ ਲਾਇਆ, ਇਹ ਹੈ ਲਾਣੀਆਂ ਦੀ ਬਾਣੀ, ਪਵਿੱਤਰ ਬਾਣੀ ਸੱਚੇ ਪਾਤਸ਼ਾਹ ਦੀ। ਦੀਨ ਦੁਨੀਆ ਦੇ ਮਾਲਕ ਅੱਗੇ ਕਹਿੰਦੇ ਨੇ, ਸਾਹਿਬ ਸਿਮਰੋ ਮੇਰੇ ਭਾਈਓ, ਸਾਬਣਾ ਇਹੋ ਪਾਇਆਣਾ। ਪਰਮਾਤਮਾ ਨੂੰ ਚੇਤੇ ਕਰ ਲੈ, ਸਾਹਿਬ ਸਿਮਰੋ ਮੇਰੇ ਭਾਈਓ। ਹੇ ਮੇਰੇ ਭਰਾਵੋ, ਮਹਾਰਾਜ ਭਰਾ ਕਾਹਤੋਂ ਕਹਿ ਰਹੇ ਹੈ? ਕਿਉਂਕਿ ਹਰ ਇੱਕ ਦੇ ਵਿੱਚ ਅਕਾਲ ਪੁਰਖ ਦੀ ਜੋਤ ਹੈ। ਸਾਨੂੰ ਤੇ ਨਜ਼ਰ ਨਹੀਂ ਆਉਂਦੀ ਨਾ, ਸਾਨੂੰ ਤੇ ਉੱਚਾ ਕੋਈ ਦੀਂਦਾ, ਕੋਈ ਨੀਵਾਂ ਦੀਂਦਾ, ਕੋਈ ਅਮੀਰ ਦੀਂਦਾ, ਕੋਈ ਗਰੀਬ ਦੀਂਦਾ, ਪਰ ਸਤਿਗੁਰੂ ਜੀ ਭਾਈ ਤਾਂ ਕਹਿ ਰਹੇ ਆ। ਮਹਾਰਾਜ ਕਹਿੰਦੇ ਹਰ ਇੱਕ ਦੇ ਵਿੱਚ ਉਹਦੀ ਚੇਤਨ ਸੱਤਾ ਏ, ਹਰ ਇੱਕ ਦੇ ਵਿੱਚ ਉਹਦੀ ਜੋਤ ਹੈ। ਇਸ ਕਰਕੇ
महाराज कह रहे आ साहिब सिमरो मेरे भाईओ, हे मेरे भरावो उस अकाल पुरख नूं सिमरो। साहिब दा जिहड़ा सच्चा है, जिहड़ा मालक सच्चा है ना, ਉਹਦੇ नाम नूं सिमर। ते सच्चे पातशाह जी का बचन है, धन गुरु नानक साहिब का, ठाकर छोड़ दासी को ताव। ਜਿਹੜੇ ਠਾਕਰ ਨੂੰ ਛੱਡ ਕੇ, ਅਕਾਲ ਪੁਰਖ ਨੂੰ ਛੱਡ ਕੇ ਦੇਵੀ ਦੇਵਤਿਆਂ ਨੂੰ ਧਿਆਉਂਦੇ ਹੈ, ਮਹਾਰਾਜ ਕਹਿੰਦੇ ਨਾ ਭਾਈ ਉਹ ਦੁੱਖਾਂ ਵਿੱਚ ਹੀ ਪਏ ਰਹਿੰਦੇ ਹੈ। ਕਿਉਂਕਿ ਇਹ ਦੇਵੀ ਦੇਵਤੇ ਵੀ ਮਹਾਰਾਜ ਸਤਿਗੁਰੂ ਕਹਿੰਦੇ ਮੁਕਤ ਨਹੀਂ ਹੋ ਸਕੇ। ਇਹ ਦੇਵੀ ਦੇਵਤੇ ਵੀ ਦੁੱਖਾਂ, ਇਹਨਾਂ ਨੂੰ ਵੀ ਦੁੱਖ ਭੋਗਣੇ ਪਏ। ਜੇ ਤੂੰ ਸੁਖੀ ਰਹਿਣਾ ਤੇ ਉਹ ਅਕਾਲ ਪੁਰਖ ਨੂੰ ਯਾਦ ਕਰ, ਕਿਉਂਕਿ ਜਿਹੜਾ ਅਕਾਲ ਪੁਰਖ ਹੈ ਉਹ ਸਰਬ ਸੁਖਾ ਕਾ ਦਾਤਾ ਸਤਿਗੁਰ ਤਾਕੀ ਸ਼ਰਣੀ ਪਾਈ ਹੈ। ਉਹ ਸਾਰਿਆਂ ਸੁੱਖਾਂ ਦਾ ਦਾਤਾ, ਤਾਂ ਅਕਾਲ ਪੁਰਖ ਨੂੰ ਸਿਮਰਨ ਵਾਸਤੇ ਆਖਿਆ। ਹੁਣ ਜਿਹੜਾ ਇੰਦਰ ਹੈ ਇਹ ਵੀ ਕਾਮ ਵਾਸ਼ਨਾ ਕਰਕੇ ਰੋਗੀ ਹੈ, ਤੇ ਜਿਹੜਾ ਬ੍ਰਹਮਾ ਹੈ ਇਹਦੇ ਅੰਦਰ ਵੀ ਕਾਮ ਵਾਸ਼ਨਾ। शिव जी है वो क्रोध नाल मारिया होया, विष्णु जी है वो भी माया दे विच लगे हुए है। काल पुरख है ਉਹੀ है भाई जिहड़ा निरलेप है सब कासे तो। जिन्ने भी देवी देवते है सारियां नूं रोग लगे है। पढ़िओ किते गुरबाणी नूं ध्यान नाल। इंद्र नूं रोग लग्या सी काम वासना दा, ब्रह्मे होना नूं लग्या सी, शिव जी नूं क्रोध दा रोग लग्या सी। ये तो गुरु नानक साहब है, एवें नहीं बाणी कहती। महाराज कहते जो जो दिसै सो सो रोगी, रोग रहत मेरा सतगुर जोगी। ओ काल पुरख रोगां तो रहत है, ओनू तू चेते कर जिहड़ा तेरे रोग कट्टण दी ताकत रखदा है। गुरु साहब आखण लगे ने, गुरु नानक साहब सच्चे पातशाह महाराज काल पुरख दे सरगुण स्वरूप समझाउंदे ने। साबना एहो पायाना सारियां ने चले जाना आ, इत्थे कोई सदा वास्ते नहीं है, सदा वास्ते। और मौत तो ऐसी चीज़ है, सतगुरु जी कहते नहीं पता है जवानी च ही आ जाए, ये बुढ़ेपे च ही आ जाए, ये बचपन च ही आ जाए, कोई पता नहीं। बारे बूढ़े तरुण है भईया सब हो जम लै जई है रे। मौत ना बच्चा वेखदी है, ना बुढ़ा वेखदी है, ना जवान वेखदी है। जदों आ गई मौत फिर सारियां नूं ही जाना पैंदा। ऐसो ये संसार वेखना रहन ना को पई है। सूदे सूदे रेग चलो तुम नतर को धक्का दे वही है रे। महाराज कहते संसार नूं वेख रहे हो, रहन ना को पई है रे। कोई नहीं इत्थे रहन वाला। कौन रहन वाला है? निहचल एक नारायण, वो नारायण प्रवान परमात्मा ही रहन वाला है। दीन दुनिया दे मालक गुरु गोविंद गुरु नानक साहब सच्चे पातशाह जी समझाउंदे ने, संसार नूं छड्ड के तू चले जाना है, चेते कर लै काल पुरख नूं आखण लगे ने। इत्थै धंधा कूड़ा चार दिहाया अगे सर पर जाना है। 4 दिन दे धंधे ने दुनिया दे, ਇਹਦੇ ਵਿੱਚ ਲੱਗ ਕੇ ਜਨਮ ਨੂੰ ਅਜਾਈ ਨਾ ਗਵਾ। ਇੱਥੇ ਧੰਦਾ ਕੂੜਾ 4 ਦਿਹਾ, ਦਿਹਾ ਭਾਵ ਦਿਨ। ਦੁਨੀਆ ਤੇ 4 ਕੁ ਦਿਨ ਦੇ ਧੰਦੇ ਨੇ। ਔਰ ਬਾਣੀ ਨੇ ਤੇ ਵੀ ਕਹਿ ਦਿੱਤਾ ਕਰ ਕਰ ਥਾਕੇ ਵੱਡੇ ਵਡੇਰੇ, ਤੇਰੇ ਵੱਡੇ ਵਡੇਰੇ ਕਰਕੇ ਵੀ ਥੱਕ ਗਏ। ਕਿਨਹੀ ਨਾ ਕੀਏ ਕਾਜ ਮਾਇਆ ਪੂਰੇ, ਇਹ ਮਾਇਆ ਨੇ ਕਿਸੇ ਦਾ ਵੀ ਕੰਮ ਪੂਰਾ ਨਹੀਂ ਕੀਤਾ। ਸੱਚੇ ਪਾਤਸ਼ਾਹ ਕਹਿੰਦੇ है कोई जिहड़ा कहेगा मैं वेला हो गया? कोई नहीं कहता। वो कहता हजे मेरी लड़की विआहण वाली है, हजे मेरा पुत्र विआहण वाला है, हजे घर पाउण वाला है। बड़ियां बड़ियां जिम्मेदारियां ने, जिम्मेवारियां ने सिर ते। कोई बंदा नहीं कहता। गुरु ग्रंथ साहब सच्चे पातशाह समझाउंदे ने, कहंदे कर कर थाके वड्डे वडेरे, वो भी कर करके थक गए। पर ये माया ने काम पूरे किसी दे नहीं कीते। सो इस करके धन गुरु ग्रंथ साहब महाराज कहते इत्थे धंधा कूड़ा, कूड़ा कूड़ किनू कहते हैं? झूठ नूं। ये झूठे धंधे है। सच्चे पातशाह कहते जिवें ना भगत नामदेव जी दे कोल भगत तरलोचन जी आ गए। 15 भगतां दी बाणी है ना गुरु ग्रंथ साहब च।
ਭਗਤ ਨਾਮਦੇਵ ਜੀ ਦੇ ਮਹਾਰਾਜ ਕੋਲ ਨਾ ਭਗਤ ਤਰਲੋਚਨ ਜੀ ਆ ਗਏ। ਭਗਤ ਤਰਲੋਚਨ ਜੀ ਇਹ ਹੁਣ ਇਕੱਠੇ ਸਮਕਾਲੀ ਭਗਤ ਸੀ ਇਹ ਦੋਨੇ, ਭਗਤ ਨਾਮਦੇਵ ਜੀ ਤੇ ਭਗਤ ਤਰਲੋਚਨ ਜੀ, ਜਿਨ੍ਹਾਂ ਦੀ ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਉਹ ਮਹਾਨ ਬ੍ਰਹਮ ਗਿਆਨੀ, ਮਹਾਨ ਆਤਮਾ। ਭਗਤ ਤਰਲੋਚਨ ਜੀ ਭਗਤ ਨਾਮਦੇਵ ਕੋਲ ਚਲੇ ਗਏ। ਅੱਗੇ ਕੀ ਵੇਖਿਆ, ਭਗਤ ਨਾਮਦੇਵ ਜੀ ਕੱਪੜੇ ਰੰਗ ਰਹੇ ਹੈ, ਕੱਪੜੇ ਰੰਗ ਰਹੇ ਨੇ। ਭਗਤ ਤਰਲੋਚਨ ਦੇ ਮਨ ਵਿੱਚ ਤਰਕ ਆਈ ਹੈ, ਵਿਚਾਰ ਆਈ ਹੈ ਇੱਕ। ਕਹਿੰਦੇ ਭਗਤ ਨਾਮਦੇਵ ਜੀ, ਅੱਲਾ ਦਾ ਨਾਮ ਹੋਣ ਕਰਕੇ ਵੀ ਤੁਸੀਂ ਦੁਨੀਆ ਦੇ ਧੰਦੇ ਨਹੀਂ ਛੱਡੇ, ਫਿਰ ਵੀ ਤੁਸੀਂ ਦੁਨੀਆ ਦੇ ਧੰਦਿਆਂ 'ਚ ਹੀ ਪਏ ਹੋ। ਭਗਤ ਨਾਮਦੇਵ ਨੂੰ ਆਖਿਆ, ਭਗਤ ਤਰਲੋਚਨ ਜੀ ਨੇ। ਮਹਾਰਾਜ ਕਹਿੰਦੇ, ਹੇ ਨਾਮਿਆ, ਨਾਮ ਜਪਦਾ ਕਰਕੇ ਵੀ ਤੇਥੋਂ ਧੰਦੇ ਨਹੀਂ ਛੁੱਟੇ। ਭਗਤ ਨਾਮਦੇਵ ਜੀ ਪਤਾ ਕੀ ਕਹਿੰਦੇ, ਨਾਮਾ ਕਹਿਤ ਲੋਚਣਾ, ਮੁਖ ਤੇ ਰਾਮ ਸੰਭਾਲ, ਹਾਥ ਬਾਓ ਕਰ ਕਾਮ ਸਭ, ਹੀਤ ਨਰੰਜਨ ਨਾਲ। ਭਗਤ ਜੀ, ਭਗਤ ਤਰਲੋਚਨ ਜੀ, ਤੁਸੀਂ ਉੱਪਰੋਂ ਹੀ ਵੇਖਿਆ ਹੈ ਮੈਨੂੰ। ਜੇ ਹੱਥ ਪੈਰ ਮੇਰੇ ਕੰਮ ਕਰਦੇ ਆ ਨਾ, ਧੰਦੇ ਕਰਦੇ ਨੇ ਦੁਨੀਆ ਦੇ, ਪਰ ਭਗਤ ਤਰਲੋਚਨ ਜੀ ਚਿੱਤ ਮੇਰਾ ਅਕਾਲ ਪੁਰਖ ਨਾਲ ਜੁੜਿਆ ਹੈ। ਇਹ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਵੀ ਕਿਰਤ ਕਰਦਾ ਹੋਇਆ ਵੀ ਵਾਹਿਗੁਰੂ ਦੇ ਨਾਮ ਨੂੰ ਧਿਆਈ ਚੱਲ, ਕਿਰਤ ਕਰਦਾ ਹੋਇਆ। ਪਰ ਯਾਦ ਰੱਖੀ, ਇਹ ਜਿਹੜੀ ਕਿਰਤ ਹੈ ਸਿਰਫ ਆਰਥਿਕ ਲੋੜਾਂ ਵਾਸਤੇ ਹੈ, ਇਹਦੇ ਨਾਲ ਆਤਮਿਕ ਲੋੜ ਨਹੀਂ ਪੂਰੀ ਹੋਣੀ, ਇਹ ਆਰਥਿਕ ਲੋੜਾਂ ਵਾਸਤੇ ਹੈ। ਕੱਪੜਾ ਚਾਹੀਦਾ ਤੈਨੂੰ, ਤੂੰ ਕਿਰਤ ਕਰ ਰਿਹਾ, ਤੇਰੇ ਕੋਲ ਮਾਇਆ ਆਵੇਗੀ। ਪਰ ਯਾਦ ਰੱਖੀ, ਸੱਚੇ ਪਾਤਸ਼ਾਹ ਕਹਿੰਦੇ ਇਹ ਅਕਾਲ ਪੁਰਖ ਵਾਹਿਗੁਰੂ ਭਗਵਾਨ ਦੀ ਦਰਗਾਹ ਵਿੱਚ ਨਹੀਂ ਜਾਂਦੀ, ਉੱਥੇ ਤੇ ਕੇਵਲ ਨਾਮ ਹੀ ਜਾਂਦਾ ਅਕਾਲ ਪੁਰਖ ਦਾ। ਮਹਾਰਾਜ ਕਹਿੰਦੇ ਆ ਨਾ, ਅਵਰ ਕਾਜ ਤੇਰੇ ਮਿਲ ਸਾਧ ਸੰਗਤ, ਭਾਜ ਕੇਵਲ ਨਾਮ, ਕੇਵਲ ਨਾਮ, ਨਾਮ ਜਾਵੇਗਾ। ਗੁਰੂ ਸਾਹਿਬ ਸਮਝਾਉਂਦੇ ਨੇ, ਦੁਨੀਆ ਦੇ ਜਿਹੜੇ ਧੰਦੇ ਨੇ ਤੇ ਝੂਠੇ ਨੇ, ਕੂੜਾ ਚਾਰ ਦਿਹਾ ਆਗੇ ਸਰ ਪਰ ਜਾਣਾ। ਅੱਗੇ ਤੂੰ ਕਹਿੰਦੇ ਛੇਤੀ ਹੀ ਚਲਿਆ ਜਾਵੇਂਗਾ, ਜ਼ਰੂਰ ਤੂੰ ਜਾਵੇਂਗਾ। ਸਰ ਪਰ ਦਾ ਮਤਲਬ ਹੁੰਦਾ ਜ਼ਰੂਰ ਜਾਣਾ, ਅੱਗੇ ਨੂੰ ਤੇ ਜ਼ਰੂਰ ਜਾਣਾ ਆ ਤੂੰ। ਇਸ ਕਰਕੇ ਅਕਾਲ ਪੁਰਖ ਦੀ ਬੰਦਗੀ, ਉਹ ਨਾਮ ਦੀ ਕਿਆਰੀ ਬੀਜ ਲਈਏ। ਮਹਾਰਾਜ ਕਹਿੰਦੇ ਨਾ, ਮਨ ਹਾਲੀ ਕਿਰਸਾਣੀ ਕਰਨੀ, ਇਹ ਵੀ ਇੱਕ ਖੇਤੀ ਹੈ। ਜੇ ਤੁਸੀਂ ਬਾਹਰੀ ਖੇਤੀ ਕਰ ਰਹੇ ਹੋ, ਰੱਬ ਨੂੰ ਉਹਦੇ ਤੱਕ ਕੋਈ ਮਤਲਬ ਨਹੀਂ, ਭਾਵੇਂ ਤੇਰੇ 20 ਕਿੱਲੇ ਆ ਭਾਵੇਂ 50, ਉਹਦੇ ਤੱਕ ਕੋਈ ਮਤਲਬ ਨਹੀਂ ਉਹਨੂੰ। ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਧਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਇਹਦੇ ਤੱਕ ਮਤਲਬ ਹੈ ਅਕਾਲ ਪੁਰਖ ਨੂੰ। ਰੱਖ ਗਰੀਬੀ ਵੇਸ, ਰੱਖ ਕੇ ਗਰੀਬੀ ਵੇਸ, ਮਹਾਰਾਜ ਦੇ ਬਚਨ ਨੇ। ਸੰਸਾਰ ਤੇ ਆਇਆ ਗਰੀਬ ਵੇਸ ਧਾਰ ਕੇ, ਭਾਵ ਗਰੀਬੀ ਭੇਖ ਧਾਰ ਕੇ। ਪੁੱਛਿਆ ਮਹਾਰਾਜ, ਗਰੀਬੀ ਭੇਖ ਕਾਹਦੋਂ ਧਾਰਨਾ? ਸਤਿਗੁਰੂ ਕਹਿੰਦੇ, ਜੇ ਬਹੁਤੇ ਚੰਗੇ ਕੱਪੜੇ ਪਾਏਗਾ ਨਾ ਬਾਬਾ, ਐਸਾ ਪਹਿਨਣ ਖੁਸ਼ੀ ਖੁਆਰ, ਜਿਤ ਪਹਿਦੇ ਤਨ ਪੀੜੀ ਹੈ, ਮਨ ਮੈਂ ਚੱਲੇ ਵਿਕਾਰ। ਐਸਾ ਕੱਪੜਾ ਨਾ ਪਾ ਕਦੇ ਜਿਹਦੇ ਪਹਿਨਣ ਕਰਕੇ ਤੇਰੇ ਮਨ 'ਚ ਵਿਕਾਰ ਚੱਲਣ, ਜਿਵੇਂ ਅੱਜ ਕੱਲ੍ਹ ਦਾ ਸਮਾਂ ਆ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸ਼੍ਰੀ ਰਾਗ 'ਚ ਪਹਿਲਾਂ ਹੀ ਕਹਿ ਦਿੱਤਾ। ਪਰ ਦੁਨੀਆ ਬਾਣੀ ਨਹੀਂ ਨਾ ਪੜ੍ਹਦੀ, ਨਾਮ ਨਾਲੋਂ ਟੁੱਟੀ ਹੈ। ਤੇ ਬਾਣੀ ਕਹਿੰਦੀ, ਬਿਨ ਨਾਵੇ ਜਗ ਕਮਲਾ ਫਿਰੈ, ਕਮਲੀ ਹੋਈ ਤੁਰੀ ਫਿਰਦੀ ਹੈ। ਸਤਿਗੁਰੂ ਕਹਿੰਦੇ, ਭਾਈ ਗਰੀਬੀ ਵੇਖ ਭੇਖ ਤਾਂ ਧਾਰਨਾ, ਤੂੰ ਬਹੁਤੇ ਚੰਗੇ ਕੱਪੜੇ ਪਾ ਕੇ ਅੰਦਰ ਤੇਰੇ ਹੰਕਾਰ ਨਾ ਆ ਜੇ, ਅੰਦਰ ਤੇਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵਿਕਾਰ ਨਾ ਚੱਲਣ ਤੇਰੇ। ਜਿਤ ਪਹਿਦੇ ਤਨ ਪੀੜੀ ਹੈ, ਮਨ ਮੈਂ ਚੱਲੇ ਵਿਕਾਰ, ਮਨ ਮੈਂ ਚੱਲੇ। ਆਹ ਖੇਤੀ ਹੈ ਅਸਲੀ। ਮਨ ਹਾਲੀ ਕਿਰਸਾਣੀ ਕਰਨੀ, ਮਨ ਨੂੰ ਹਾਲੀ ਬਣਾ ਲੈ। ਕਿਰਸਾਣੀ ਕਰਨੀ, ਜਿਵੇਂ ਕਿਸਾਨ ਕਿਰਤ ਕਰਦਾ ਨਾ, ਕਮਾਈ ਕਰਦਾ ਖੇਤਾਂ 'ਚ, ਇੱਦਾਂ ਕਰਿਆ ਕਰ। ਸ਼ਰਮ ਪਾਣੀ ਤਨ ਖੇਤ, ਪੁੱਠੇ ਕੰਮਾਂ ਤੋਂ ਸ਼ਰਮ ਕਰ। ਉਹ ਸ਼ਰਮ ਰੂਪੀ ਪਾਣੀ ਦੇ ਕਿਹਨੂੰ? ਤਨ ਖੇਤ, ਤਨ ਰੂਪੀ ਖੇਤ ਨੂੰ। ਨਾਮ ਬੀਜ, ਪਹਿਲਾਂ ਧਰਤੀ ਤਿਆਰ ਕਰਨੀ ਪੈਂਦੀ ਹੈ, ਫਿਰ ਨਾਮ ਦਾ ਬੀਜ ਬੀਜਿਆ ਜਾਂਦਾ।
अजे खंडे बाटे का अमृत नहीं छकिया, आखे जी बहुत बाणी पढ़ते हैं। वो पहला खेती नूं धरती नूं तैयार ते कर लो, नाम का बीज फिर बीजा जाना। आ झोना बीजना होवे ना तो पहला कद्दू किया जाता है, सीधा नहीं ला देंदे उहदे च। धरती नूं तैयार करना पैंदा। पहला महाराज कहते धरती नूं तैयार कर, शरीर रूपी धरती नूं तैयार कर। मन हाली किरसानी करनी, शर्म पानी धन खेत, फिर नाम का बीज बीज। नाम बीज संतोख सुहागा। मना बीज लै नाम दी क्यारी, रख के गरीबी वेच। बीज लै नाम दी क्यारी, रख के गरीबी वेच। मना दी क्यारी, रख के गरीबी रख के गरीबी वेच। बीज लै नाम दी क्यारी, रख के गरीबी वेच। मना बीज लै नाम दी क्यारी, रख के गरीबी वेच। रख के गरीबी वेच। मना बीज लै नाम दी रख के गरीबी वेच। डारे जी रख के गरीबी वेच। डारिया रख के गरीबी वेच। रख के गरीबी वेच। मना बीज लै नाम दी क्यारी, रख के गरीबी वेच। बीज लै नाम दी क्यारी, रख के गरीबी वेच। रख के गरीबी वेच। मन हाली किरसानी करनी, शर्म पानी धन। नाम भी संतोख सुहागा। गुरु नानक दे महाराज सच्चे पातशाह कहते नाम बीज संतोख सुहागा, रख गरीबी वेच। गरीबी भेख धार के नाम दा बीज बीज। क्यों महाराज कहते सतगुरु सच्चे पातशाह लगे ने आगे सर पर जाना, अगे चलिया जावेगा। कहते महाराज अगे कहते है आगे सर पर जाना, ज्यो मेहमाना काहे गारब कीजै। क्यों तू मान कीता है ये संसार दा, ये पदार्थ दा, ये माया दा, ये शरीर दा।
महाराज कहते ने आगे सर पर जाना, अगे तो तू चलिया ही जाना आ। ज्यों जिवें कहते प्राहुणे आउंदे आ ना, रात दे समय आए ने ते तड़के नूं चले गए। बाणी कहती जैसे रहन प्राहुणे उठ चल से प्रभात। इउं कहते तू इस संसार ते एक प्राहुणे की तरह आया है, सदा वास्ते तू कहते रहना नहीं है। काहे गारब कीजै, क्यों तू मान कीता है धन पदार्थ दा। पर सच्चे पातशाह जी समझाउंदे ने तृण समान कछ संग ना जावै। धनवंता होए कर गरबावै, धनवान हो के ना मान बहुत करदा, मेरे पास बड़ी माया आ। पर सतगुरु जी कहते तृण समान कछ संग ना जावै। बहु लस्कर मान कूपर करे आस, पल भीतर ताका होए विनाश। सब ते आप जाने बलवंत खिन में होए, कसे ना बदे आप हंकारी धर्म राए तिस। बहुत फिर दुखी करदा धर्मराज ओनू। खुआरी का मतलब होंदा दुखी होना, ऐसा बाणी उपदेश करदी है। पर साडा मन ढीठ बहुत है भाई, ये नहीं समझदा। ये तो फिर उदी समझेगा, कहो कबीर तब ही नर जागै, जम का डंड मूड में लागे। एक ना नू सब सूझी आई, एक फिर दे वे पर एक अद्धा ही है जिन्हों सूझी आ जाती है भाई। नहीं तो आ गेटो बाहर होना, गुरु घरों सब भुल जाना है भी की सुनिया सी कथा चो। क्यों महाराज कहते हैं काहे गर्भ कीजै, क्यों तू मान कीता जित सेवे है दर गै सुख पाई है। नाम तिसै का लीजै, जिनू सेवियां करके दरगाह विच सुख मिले। दुनिया इत्थों दे सुख की बड़ी इच्छा रखती है। लोग ना संसारी लोग ना जेड़े ये भाई इत्थे ते सुखी रहना चाहती है भी सुखी हो जाइए, अगे जाना आ, ओदी कोई चिंता ही नहीं है, ओदा कोई फिक्र ही नहीं है। सच्चे पातशाह समझाउंदे ने जित सेविया दर गै सुख पाई है। जेड़े परमात्मा नू चेते करके सेवियां करके दरगाह दे विच सुख मिले। नाम तिसै का लीजै, ओदा नाम कहंदे लैना कर। ओ अकाल पुरख दा कहंदे नाम लेना कर। आगे हुक्म ना चले मूले, सिर सर क्या विहाना। महाराज कहंदे ने परलोक विच किसे दा भी हुक्म नहीं चलेगा। आगे हुक्म ना चले मूले, किसे दा हुक्म नहीं चलदा। उत्थे इत्थे बड़ा रोह मारदा दुनिया ते, उत्थे जला के वेखी डांग बड़ी फेरदे आ। उत्थे बाणी कहती है जो जम आए केस गए पट गए। इत्थे ही तेरा हुक्म चलदा दुनिया ते, उत्थे बड़ी मार पैंदी है। महाराज कहते ने आगे हुक्म ना चले मूले, उत्थे सारी रह जाती है इहदी आकड़। सच्चे पातशाह समझाउंदे ने सिर सर क्या विहाना। दीन दुनिया दे मालक कहते ने वो जिहड़ा हुक्म है हर एक दे सिर ते बीत रहा है। अकाल पुरख दा हुक्म सारियां ते वो वरत रहा है। कोई पता नहीं किदा कदों समा आ जाए, किव जाना किव मरहेंगे कैसा मरना होए। जेकर साहिब मनो ना विसरै तां सहला मरना होए। सौखी जिंद निकल जेगी जे चेते विच, जे जेहन दे विच अकाल पुरख बैठा है। इउं सच्चे पातशाह जी समझाउंदे ने। महाराज कहते साहिब सिमरो मेरे भाईओ, सबना इहो बयाना इस करके रब नूं चेते कर लै। दुनिया ते कोई सदा वास्ते नहीं रह सकदा। इउं महाराज समझाउंदे ने। धन गुरु नानक साहिब अगे कहते जो तिस भावै समरथ सो थीऐ, हीलड़ा इहो संसारो। जेड़ा जगत अकाल पुरख ने सिरजिया है, जो तिस भावै समरथ सो थीऐ। जो परमात्मा नूं भाउंदा है ये संसार ते उही हो रहा। सच्चे पातशाह कहंदे हीलड़ा इहो संसारो। वो एक बहाना ये अकाल पुरख दा है संसार ते। सच्चे पातशाह महाराज कहंदे जो जीव ओ जीव वाहिगुरु जे ओ काल पुरख नूं भा रहा, जो तिस भावै सोई होग। उही दुनिया ते महाराज कहंदे कारज हो रहा है। अगे कहते जल थल महीयल रव रहे आ। वो जिहड़ा परमात्मा है जल दे विच भी है, थल पातशाह जी कहते ने महीयल धरती ते आकाश दे विच भी वो रविया होया रव रहे आ। घटा घटा दे विच रविया होया है।
ऐसा परमात्मा है वो। साचड़ा सिरजणहारो सच्चा है, सिरजणहारो जिने सारियां नूं सिरजना कीता है, ऐसे मालक नूं चेते रख कहिंदे। गुरु नानक साहब कहिंदे ऐसे परमात्मा नूं चेते रख। साचा सिरजणहारो अलख अपारो ताका अंत ना पाया। वो ऐसा कहिंदे मालक है अलख अपारो, जिहदा कोई पारावार नहीं है, जिहड़ा पारावार तो रहत है। अलख ना लखिया जाण वाला, ताका अंत ना पारो। ऐसे परमात्मा दा किसी ने कहते अंत नहीं पाया। हुण महाराज कहते आया तिनका सफल पया है, एक मन जिन्नी ते आया। दुनिया ते आउणा उन्हां दा सफल है, आया तिनका सफल पाया है, एक मन जिन्नी ते आया। जिन्हां ने एक मन एक चित हो के प्रभु नूं ध्याना कीता है, काल पुरख नूं ध्याना कीता है, ओदा कहंदे आउणा सफल है। ढाहे ढाहे वो सारे आपे दुनिया नूं ढा भी दिंदा है। पुछना साजे पुछना ढाहे, वो अकाल पुरख दी ऐसी ओदे अंदर ताकत है। महाराज एक क्षण दे विच दुनिया दा संघार कर देणगे। हरन भरन जाका नेत्र फोर। एक क्षण दे विच ना अख झमकण दे जिन्ने समय च दुनिया नूं तबाह कर सकदे है, ते एक क्षण दे विच दुनिया नूं साज दिंदा है। हरन भरन जाका नेत्र फोर, तिसका मंत्र ना जाने होर। ऐसा जोगी है वो, ओदा मंत्र कोई होर नहीं जे जान सकदा। इत्थे रब नूं छड्ड के होर थां दी धक्के खांदे फिरदे आ। महाराज कहंदे ऐसा काल पुरख है वो, पुछना साजे पुछना ढाहे। दुनिया नूं उहने साजिया है, किसे तो पुछया नहीं भी बना दा। ते जदों दुनिया नूं ढावेगा किसे तो रह नहीं लवेगा। क्यों? अपने भाणे दा मालक है। आ देखिया ना आस्ट्रेलिया दे विच जंगलां नूं अग लगी, सब मालक दे भाणे च है। आपे पावक आपे पवना, जारे खसम तां राखे कवना। जे परमात्मा ही साड़न लग जे कौन रख सकदा भाई। फिर ये भगत कबीर जी की बाणी है। इयों सब उहदे भाणे च ही हो रहा है। सच्चे पातशाह कहंदे ने ढाहे ढाहे वो सारे आपे हुक्म सवारन हारो। ओहदे हुक्म नूं तू चेते करया कर, ओहदे हुक्म नूं कहंदे मन दे नाल संवारिया कर। अपना जीवन तू कहंदे चंगा बना लै। जो तिस भावै समरथ सो थी है। जो परमात्मा नूं भावेगा दुनिया ते ओही होना है। तेरी मर्जी नहीं चलेगी, ठीक है, तेरे घरे मर्जी चल जावेगी, पर बादशाह कहंदे चेते रखी आगे हुक्म ना चले मूले, अगे नहीं तेरा हुक्म जा चलना। इउं समझाउंदे अगे कहंदे नानक रुन्ना बाबा जाणीए, जे रोवै लाए प्यारो। महाराज सच्चे पातशाह कहंदे ने नानक रुन्ना बाबा जानी है। जिन्ना ने काल पुरख नूं जान लिया उन्हां दा रोना परवान है, आते झूठे रोने है। महाराज सच्चे पातशाह कहंदे सच्चा रोना हुंदा हुण नूं नाल ना मर जांदा ओहदे। सच्चे पातशाह कहंदे ना पुत भाई पति जय रोवै, प्रीत मत प्यारे भै रोवै, गुण सार समाले, को मरै ना मोया नाले। है कोई भी आ माता जी चढ़ाई की कोई है भी जिहड़ा माता दे नाल ही सती हो जे? कोई नहीं है। सच्चे पातशाह कहंदे ते झूठा रोना है, सच्चा रोना हुंदा ते मर जांदा। ते किते रोए सी भाई दया सिंह जी जदों गुरु गोबिंद सिंह महाराज दे चरनां दे विच माछीवाड़े दे जंगलां दे विच चरनां दे विच कंडे लगे होए ना, खून सिम रिहा है। भाई दया सिंह जी दे अखां विच अथरू आ गया। वो है असली वैराग, वो है असली रोना। नानक रुन्ना बाबा जाणीए, जे रोवै लाए प्यारो। वो रोना परवान है जे तू प्रभु नूं चेते करके रोना है। बहुत जन्म बिछरे थे माधो, ये जन्म तुम्हारे लेखे। उन्हां दा रोना परवान आ ते झूठा रोना आ ते किनू किनू रोवेगा? इहदे ते सारी दुनिया ने ही जाना आ। इउं महाराज समझाउंदे अगे कहंदे वाह लेवे कारण बाबा रोई है। दुनिया कातों रोंदी है? सच्चे पातशाह तो पुछया
ਇਹ ਮਹਾਰਾਜ ਦੁਨੀਆ ਫਿਰ ਕਾਹਤੋਂ ਰੋਂਦੀ ਹੈ? ਮਹਾਰਾਜ ਕਹਿੰਦੇ ਵਾਲੇ ਵੇ ਕਾਰਨ ਮਾਇਆ ਕਰਕੇ ਰੋਂਦੀ ਹੈ। ਸਾਨੂੰ ਕੌਣ ਖਵਾਵੇਗਾ, ਸਾਨੂੰ ਕੌਣ ਸੰਭਾਲੇਗਾ? ਬਾ 5-10 ਮਿੰਟ ਭਾਈ ਰੁਕਿਓ, ਫਿਰ ਸਮਾਪਤੀ ਕਰਦੇ ਹਾਂ, ਕਿਉਂਕਿ ਇੱਕ ਪੌੜੀ ਰਹਿ ਗਈ ਹੈ, ਸਮਾਪਤੀ ਕਰਾਂਗੇ ਫਿਰ। ਮਹਾਰਾਜ ਕਹਿੰਦੇ ਦੁਨੀਆ ਪਤਾ ਕਾਹਤੋਂ ਰੋਂਦੀ ਹੈ? ਹੁਣ ਮੈਨੂੰ ਕੌਣ ਖਵਾਵੇਗਾ, ਕੌਣ ਮੇਰੀ ਸਾਂਭ ਸੰਭਾਲ ਕਰੇਗਾ? ਪਰ ਯਾਦ ਰੱਖੀ, ਨਹਿ ਚਿੰਤਾ ਮਾਤ ਪਿਤ ਭਰਾਤੈ, ਨਹਿ ਚਿੰਤਾ ਕਿਛ ਲੋਕ ਕਹੈ। ਚਿੰਤਾ ਨਾ ਕਰਿਆ ਕਰ, ਕਿਉਂਕਿ ਸੈਲ ਪੱਥਰ ਮੈਂ ਜੰਤੋ ਪਾਏ, ਤਾ ਕਾ ਰਿਜਕੋ ਉਹ ਤੇ ਮਾਲ ਕੈਸਾ ਹੈ। ਪੱਥਰਾਂ ਦੇ ਵਿੱਚ ਵੀ ਜੰਤ ਪੈਦਾ ਕੀਤੇ ਨੇ, ਉਹਨਾਂ ਨੂੰ ਵੀ ਰੋਜੀ ਦੇ ਰਿਹਾ ਹੈ। ਇੱਥੇ ਚਿੰਤਾ ਕਰਦੇ ਹਾਂ, ਇੱਥੇ ਫਿਕਰ ਕੀਤਾ ਹੋਇਆ ਹੈ। ਮਹਾਰਾਜ ਕਹਿੰਦੇ ਬਸ ਤੂੰ ਚੇਤੇ ਕਰ ਲੈ, ਤੇਰੀਆਂ ਚਿੰਤਾ ਆਪਦੇ ਸਿਰ ਤੇ ਲੈ ਲਵੇਗਾ ਉਹ। ਪਰ ਦੁਨੀਆ ਵਾ ਲੇਵੇ ਕਾਰਨ ਬਾਬਾ ਰੋਈ ਹੈ, ਰੋਵਣ ਸਗਲ ਬੇਕਾਰੋ। ਉਹਨਾਂ ਦਾ ਜਿਹੜਾ ਰੋਣਾ ਹੈ ਬੇਕਾਰ ਹੈ। ਮਹਾਰਾਜ ਕਹਿੰਦੇ ਝੂਠਾ ਰੋਣਾ ਹੈ, ਉਹ ਸਿਰਫ ਮਾਇਆ ਕਰਕੇ ਰੋਂਦੇ ਹੈ। ਅੱਗੇ ਕਹਿੰਦੇ ਨੇ ਰੋਵਣ ਸਗਲ ਬੇਕਾਰੋ, ਗਾਫਲ ਸੰਸਾਰੋ ਮਾਇਆ ਕਾਰਨ ਰੋਵੈ। ਕੋਈ ਮਾਇਆ ਕਰਕੇ ਰੋਂਦਾ ਵੀ ਮੇਰੇ ਕੋਲ ਮਾਇਆ ਨਹੀਂ ਹੈ। ਪਾਤਸ਼ਾਹ ਕਹਿੰਦੇ ਕੋਈ ਇਹ ਸੰਸਾਰ ਦੇ ਪਿਆਰ ਵਿੱਚ ਰੋਂਦਾ ਹੈ, ਗਾਫਲ ਹੋਇਆ ਦੁਨੀਆ ਦੇ ਪ੍ਰੇਮ ਵਿੱਚ ਰੋਂਦਾ ਆ। ਪਰ ਮਹਾਰਾਜ ਕਹਿੰਦੇ ਸਾਰਿਆਂ ਦਾ ਰੋਣਾ ਝੂਠਾ ਹੈ। ਚੰਗਾ ਮੰਦਾ ਕਿਛ ਸੂਝੈ ਨਾਹੀ, ਇਹ ਜੀਵ ਨੂੰ ਚੰਗਾ ਮੰਦਾ ਨਹੀਂ ਸੁਝਦਾ ਵੀ ਚੰਗਾ ਕੀ ਹੈ ਮਾੜਾ ਕੀ ਹੈ। ਸੱਚੇ ਪਾਤਸ਼ਾਹ ਕਹਿੰਦੇ ਚੰਗਾ ਮਾੜਾ ਤਾਂ ਸੁਝੇ ਜੇ ਗੁਰੂ ਦੇ ਕੋਲ ਬੈਠੇ। ਗੁਰੂ ਕੋਲ ਤੇ ਜਾਣਾ ਆ ਸੰਗਰਾਂਦ ਨੂੰ, ਜਾਂ ਮਹਾਰਾਜ ਕੋਲ ਜਾਣਾ ਆ ਹਫ਼ਤੇ ਬਾਅਦ ਮੂੰਹ ਵਿਖਾਉਣਾ, ਤੇ ਚੰਗੇ ਮੰਦੇ ਦੀ ਕਿਵੇਂ ਸੂਝੀ ਆਵੇ? ਇਹ ਤੇ ਬਾਣੀ ਪੜ੍ਹਨੀ ਪੈਂਦੀ ਹੈ, ਫਿਰ ਜਾ ਕੇ ਕਿਤੇ ਚੰਗੇ ਮਾੜੇ ਦੀ ਸੂਝੀ ਆਉਂਦੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਚੰਗਾ ਮੰਦਾ ਕਿਛ ਸੂਝੈ ਨਾਹੀ, ਇਹ ਤਨ ਏਵੈ ਖੋਵੈ। ਇਹ ਸਰੀਰ ਨੂੰ ਐਵੇਂ ਹੀ ਖਵਾ ਦਿੱਤਾ, ਐ ਜਾਈ ਗਵਾ ਦਿੱਤਾ। ਕਹਿੰਦੇ ਤਨ ਨੂੰ ਪਰਮਾਤਮਾ ਦੀ ਸੇਵਾ ਚਲਾਉਣਾ ਸੀ, ਮਨ ਨੂੰ ਉਹਦੀ ਬਾਣੀ ਚਲਾਉਣਾ ਸੀ, ਪਰ ਲਾਇਆ ਨਹੀਂ ਹੈ। ਨਾ ਤਨ ਸਫਲਾ ਕੀਤਾ, ਨਾ ਮਨ ਸਫਲਾ ਕੀਤਾ ਹੈ। ਇਉਂ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਇੱਥੇ ਆਇਆ ਸਭ ਕੋ ਜਾਸੀ। ਜਿਹੜਾ ਦੁਨੀਆ ਤੇ ਆਇਆ ਨਾ, ਪਾਤਸ਼ਾਹ ਕਹਿੰਦੇ ਸਾਰਿਆਂ ਨੇ ਹੀ ਚਲਿਆ ਜਾਣਾ ਆ। ਚੇਤੇ ਰੱਖ ਇੱਕ ਦਿਨ ਮੌਤ ਤੇਰੇ ਤੇ ਵੀ ਆਵੇਗੀ। ਇਉਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਸਦਾ ਵਾਸਤੇ ਇੱਥੇ ਹੈ ਨਹੀਂ। ਸੱਚਾਈ ਹੈ ਮੌਤ, ਪਰ ਦੁਨੀਆ ਪਤਾ ਨਹੀਂ ਕਿਉਂ ਭੁੱਲੀ ਫਿਰਦੀ ਹੈ। ਦੁਨੀਆ ਨੂੰ ਪਤਾ ਨਹੀਂ ਕਿਉਂ ਨਹੀਂ ਮਰਨਾ ਚੇਤੇ ਨਹੀਂ ਹੈ। ਹਾਲਾਂਕਿ ਮਹਾਰਾਜ ਵਾਰ-ਵਾਰ ਕਹਿੰਦੇ ਹੈ, ਸੱਚੇ ਪਾਤਸ਼ਾਹ ਜੀ ਵਾਰ-ਵਾਰ ਕਹਿੰਦੇ ਹੈ ਅੰਤ ਕੋ ਨਾਂਗੇ ਹੀ ਭਾਏ ਪਧਾਰੇ। ਰੋਜ਼ ਕਹਿੰਦੇ ਆ ਮਹਾਰਾਜ ਨਿਤਨੇਮ 'ਚ, ਤਾਂ ਵੀ ਨਹੀਂ ਅਕਾਲ ਪੁਰਖ ਯਾਦ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇੱਥੇ ਆਇਆ ਸਭ ਕੋ ਜਾਸੀ, ਕੂੜ ਕਰੋ ਹੰਕਾਰੋ। ਐਵੇਂ ਕਹਿੰਦੇ ਝੂਠਾ ਹੰਕਾਰ ਨਾ ਕਰ, ਝੂਠਾ ਮਾਣ ਨਾ ਕਰ, ਝੂਠੇ ਲਾਲਚ ਲੱਗ ਕਹਿ ਨੇ ਮਰਨ ਪਛਾਨਾ। ਐਵੇਂ ਕਹਿੰਦੇ ਝੂਠਾ ਮਾਣ ਨਾ ਕਰੋ। ਇਹ ਸਭ ਕੁਝ ਕਹਿੰਦੇ ਝੂਠ ਹੈ। ਇੱਥੇ ਇੱਕ ਅਕਾਲ ਪੁਰਖ ਹੀ ਸੱਚਾ ਹੈ ਆਖਣ ਲੱਗੇ ਨੇ। ਨਾਨਕ ਰੁੰਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ। ਮਹਾਰਾਜ ਸ਼ਬਦ ਦੀ ਸਮਾਪਤੀ ਕਰਦੇ ਹੈ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮਰਦਾਨਿਆ ਉਹਨਾਂ ਦਾ ਰੋਣਾ ਪ੍ਰਵਾਨ ਹੈ ਜਿਹੜੇ ਅਕਾਲ ਪੁਰਖ ਦੀ ਯਾਦ 'ਚ ਰੋਂਦੇ ਹੈ। ਦੁਨੀਆ ਨੂੰ ਕਿਹਨੂੰ ਕਿਹਨੂੰ ਰੋਲੇਗਾ? ਸੱਚੇ ਪਾਤਸ਼ਾਹ ਕਹਿੰਦੇ ਨਾਨਕ ਰੋਣਾ ਬਾਬਾ ਜਾਣੀਐ, ਜਿਨ੍ਹਾਂ ਨੇ ਜਾਣ ਲਿਆ ਅਕਾਲ ਪੁਰਖ ਨੂੰ। ਇਉਂ ਮਹਾਰਾਜ ਸਮਝਾਉਂਦੇ ਆ ਸੱਚੇ ਪਾਤਸ਼ਾਹ। ਇਸ ਕਰਕੇ ਭਾਈ ਅਕਾਲ ਪੁਰਖ ਦੀ ਬੰਦਗੀ, ਉਹਨਾਂ ਦੀ ਪਵਿੱਤਰ ਬਾਣੀ ਨੂੰ ਪੜ੍ਹਿਆ ਸੁਣਿਆ ਕਰੋ, ਤਾਂ ਕਿ ਸਾਡੇ ਜੀਵਨ ਵਿੱਚ ਉਹ ਜਿਹੜਾ ਸੌਖ ਹੈ ਆ ਜਾਵੇ, ਸਾਨੂੰ ਅੰਤ ਵੇਲੇ ਮੁਕਤੀ ਪ੍ਰਾਪਤ ਹੋ ਜੇ। ਕੋਈ ਗਾਵੇ ਕੋ ਸੁਣੇ, ਹਰ ਨਾਮਾ ਚਿਤ ਲਾਏ, ਕਹਿ ਕਬੀਰ ਸੰਸਾ ਨਹੀਂ, ਅੰਤ ਪਰਮ ਗਤ ਪਾਏ। ਅੰਤ ਨੂੰ ਤੂੰ ਪਰਮ ਗਤੀ ਨੂੰ ਪਾ ਲਵੇਂਗਾ। ਇਹ ਸੱਚੇ ਪਾਤਸ਼ਾਹ ਸਮਝਾਉਂਦੇ ਹੈ। ਵਾਰ-ਵਾਰ ਇਹ ਮਨੁੱਖਾ ਜਨਮ ਮਿਲਦਾ ਨਹੀਂ ਹੈ।
बड़िया चिरां बाद ये मनुखा जन्म की प्राप्ति हुई आ। देखी किते जाई ना गवा दी, इस करके एवें ना तुर जी हार के जन्म हीरा। एवें ना तुर जी हार के जन्म मूलक हीरा। एवें ना तुर जी हार के हार के जन्म मूलक हीरा। 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 हार के जन्म मूलक हीरा। एवें ना तुर जी हार के जन्म मूलक हीरा। एवें ना तुर जी हार के जन्म गवाई सोए कै दिन संगवाया। मेरे जैसा जन्म है बदल जाए। कबीर मानस जन्म सुलभ है। मानस जन्म दुलभ है। हुए न बार बारो जो मन फल पाके भूमि गिरे। मन पाके भूमि गिरे। और न लागे डारो जितना है तो चेत चेतन है तो चेत निस दिन में प्राणी। शेन शेन औद बेहात है। शेन शेन औद बेहात है। घाट जो मानी हर गुण काहे न गावही।
के पाई। ना है तो चेत लै निस दिन में प्राणी, शन शन औद बिहात है फूटे कट जो पानी। उस काल पुरख वाहिगुरू नूं चेते रखिए, कोई पता नहीं कदों मौत का समा जे, फिर जदों आ जे ना भाई फिर संसार तो जाना ही पएगा। ये सच्चे पातशाह महाराज की तुसीं पवित्र कथा नूं सुणिया। गुरबाणी की कथा विचार करदे आं अनेकां प्रकारां दीयां गलतियां भुल्लां चुक्कां हो जांदियां ने। दीन दुनिया के मालक दास दीयां गलतियां नूं बख्श लैणगे, आप सारियां संगतां ने बख्श लेना। भाई ये लोक सुखीए परलोक सुहेले, नानक हर परवापे मेले। आओ हुण आनंद साहिब दे जाप होणगे, फिर उस तो बाद समाप्ति है। वाहिगुरू जी राम कली महला तीजा, ना देखो ओंकार सतगुर प्रसाद। आनंद पया मेरी माए, सतगुरु मैं पाया, सतगुरु ना पाया। सागर तन परिवार बरिया, शब्द गावन आया। जय नानक नाम हुआ, सतगुरु मैं पाया। मन मेरे आपो मन मेरे दुख सब विसारना। कामना समरथ स्वामी, दुख मन विसारे। साने साने क्या नहीं करते करना दे सब सदा सिमत सलाह तेरी, नाम मन वसावे। नाम दिन कै मानो कह नानक सच्चे साहिब, क्या नहीं करते साचा। साब सुख माने आए वसया, जिने इच्छा सब बुझाइया। सदा कुर्बान किता गुरवे, कह नानक सुनो संतो, शब्द करो प्यारो साचा। काल भागे शब्द वाजे, कला जित कर तारिया। मन भूत काम पाया तुझने को सेना, मार के लागे। नाम सुनो बड़ भागी हो, सगल मनोरथ पूरे। बाबा रोग संताप उतरे, सुनी सच्ची बाणी। सुनते पनीत कहते, पवित्र सतगुर रहा पर। पवन गुरु पाणी पिता, माता तरत महतु। सखियाइयां बुरियाइयां